ਸੂਰਠ ਮਹਿਲਾ ਪਹਿਲਾ। ਅਲਖ ਅਪਾਰ ਅਗੰਮ ਅਗੋਚਰ, ਨਾ ਤਿਸ ਕਾਲ ਨਾ ਕਰਮਾ। ਜਾਤ ਅਜਾਤ ਅਜੋਨੀ ਸੰਭਾਉ, ਨਾ ਤਿਸ ਭਾਉ ਨਾ ਭਰਮਾ। ਅਲਖ ਅਪਾਰ ਅਗੰਮ ਅਗੋਚਰ, ਨਾ ਤਿਸ ਕਾਲ ਨਾ ਕਰਮਾ। ਜਾਤ ਅਜਾਤ ਅਜੋਨੀ ਸੰਭਾਉ, ਨਾ ਤਿਸ ਭਾਉ ਨਾ ਭਰਮਾ। ਸਾਚੇ ਸਚਿਆਰ ਵਿਟਹੁ ਕੁਰਬਾਨ, ਨਾ ਤਿਸ ਰੂਪ ਵਰਨ ਨਹੀਂ ਰਿਖਿਆ। ਸਾਚੈ ਸ਼ਬਦ ਨਿਸ਼ਾਨ ਰਹਾਉ, ਨਾ ਤਿਸ ਮਾਤ ਪਿਤਾ ਸੁਤ ਬੰਧਪ। ਨਾ ਤਿਸ ਕਾਮ ਨਾ ਨਾਰੀ, ਅਕੁਲ ਨਿਰੰਜਨ ਅਪਰ ਪਰੰਪਰ। ਸਗਲੀ ਜੋਤ ਤੁਮਹਾਰੀ, ਘਟ ਘਟ ਅੰਤਰ ਬ੍ਰਹਮ ਲੁਕਾਇਆ। ਘਟ ਘਟ ਜੋਤ ਸਬਾਈ, ਬੱਜਰ ਕਪਾਟ ਮੁਕਤੇ ਗੁਰਮਤੀ। ਨਿਰਭੈ ਤਾੜੀ ਲਾਈ, ਜੰਤ ਉਪਾਏ ਕਾਲ ਸਿਰਜੰਤਾ। ਵਸਗਤ ਜੁਗਤ ਸਬਾਈ, ਸਤਿਗੁਰ ਸੇਵ ਪਦਾਰਥ ਪਾਵਹਿ। ਛੂਟਹਿ ਸ਼ਬਦ ਕਮਾਈ, ਸੂਚੇ ਭਾਂਡੈ ਸਾਚ ਸਮਾਵੈ। ਵਿਰਲੇ ਸੂਚਾਚਾਰੀ, ਤੰਤੈ ਕਉ ਪਰਮ ਤੰਤ ਮਿਲਾਇਆ। ਨਾਨਕ ਸ਼ਰਨ ਤੁਮਹਾਰੀ, ਸੂਚੇ ਭਾਂਡੈ ਸਾਚ ਸਮਾਵੈ। ਵਿਰਲੇ ਸੂਚਾਚਾਰੀ, ਤੰਤੇ ਕਉ ਪਰਮ ਤੰਤ ਮਿਲਾਇਆ। ਨਾਨਕ ਸ਼ਰਨ ਤੁਮਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ, ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ।
ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ, ਤਿਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਿਆ। ਸਾਹਿਬ ਜੀ ਦੀ ਰਹਿਮਤ ਹੋਈ। ਮਹਾਰਾਜ ਨੇ ਸਾਨੂੰ ਆਸੀਸ ਵਜੋਂ, ਸਾਨੂੰ ਗੁਰਮਤਿ ਦੇ ਦਾਨ ਵਜੋਂ ਜੋ ਸ਼ਬਦ ਬਖਸ਼ਿਸ਼ ਕੀਤਾ ਹੈ, ਸਾਡੇ ਵਡੇਰਿਆਂ ਨੇ ਸਦਾ ਹੀ ਸ਼੍ਰੀ ਮੁਖ ਵਾਕ ਕਿਹਾ, ਤੇ ਅੱਜ ਸ਼੍ਰੀ ਮੁਖ ਵਾਕ ਹੈ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਓ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਅੱਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਜੋ ਚਾਹਤ ਹੈ, ਉਹ ਸਾਡੀ ਮਹਾਰਾਜ ਨੇ ਪ੍ਰਗਟ ਕੀਤੀ। ਗੁਰਦੇਵ ਕਿਰਪਾ ਕਰਨ, ਸਾਡੇ ਸਾਰਿਆਂ ਦੇ ਇਹ ਚਾਹਤ ਜੋ ਦਰਸ਼ਨ ਦੀ ਹੈ ਪ੍ਰਗਟ ਹੁੰਦੀ ਰਹੇ, ਉਹ ਟਿਕੀ ਰਹੇ, ਔਰ ਮਹਾਰਾਜ ਕਿਰਪਾ ਵੀ ਕਰਨ, ਸਾਨੂੰ ਦਰਸ਼ਨ ਬਖਸ਼ਿਸ਼ ਵੀ ਹੋਣ। ਹਾਲਾਂਕਿ ਇੱਕ ਪੱਧਰ ਦੇ ਦਰਸ਼ਨ ਤੇ ਆਪਾਂ ਕਰ ਰਹੇ ਹਾਂ, ਕਿਉਂਕਿ ਦਰਸ਼ਨਾਂ ਦੇ ਬਹੁਤ ਪੱਧਰ ਨੇ। ਉਹਨਾਂ ਵਿੱਚੋਂ ਸਾਨੂੰ ਇੱਥੇ ਬੈਠੇ ਆ ਜੇ ਸਮਝ ਸਕੀ ਤੇ ਦੋ ਪੱਧਰਾਂ ਦੇ ਦਰਸ਼ਨ ਹੋ ਰਹੇ ਨੇ। ਇੱਕ ਤੇ ਜੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਸਰੂਪ ਦੇ ਸਤਸੰਗਤ ਸਰੂਪ ਦਰਸ਼ਨ ਕਰ ਰਹੇ ਹਾਂ। ਦੂਸਰੇ ਜਦੋਂ ਅਸੀਂ ਬਾਣੀ ਪੜ੍ਹਦੇ ਸੁਣਦੇ ਆ ਤੇ ਉਸਨੂੰ ਸ਼ਰਵਣ ਦਰਸ਼ਨ ਕਹਿੰਦੇ ਨੇ, ਉਹ ਵੀ ਹੋ ਰਹੇ ਨੇ। ਹੌਲੀ ਹੌਲੀ ਅਸਾਂ ਨੇ ਟਿਕਣਾ ਹੈ। ਟਿਕਦਿਆਂ ਟਿਕਦਿਆਂ ਸਾਨੂੰ ਇੱਕ ਦਰਸ਼ਨ ਦੇ ਆਤਮ ਦਰਸ਼ਨ, ਜਿਹਦੇ ਵਿੱਚ ਰੰਗ ਰੂਪ ਨਹੀਂ ਹੁੰਦਾ। ਜਿਹੜੇ ਆਤਮਿਕ ਦਰਸ਼ਨ ਹੈ ਨਾ, ਉਹਦੇ ਵਿੱਚ ਰੰਗ ਰੂਪ ਤਸਵੀਰਾਂ ਨਹੀਂ ਹੁੰਦੀਆਂ। ਉਹਦੇ ਵਿੱਚ ਇੱਕ ਅਨੁਭਵ ਹੁੰਦਾ ਹੈ, ਮਿਲਣ ਦਾ, ਮਿਠਾਸ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਆਪਣੇ ਬਹੁਤ ਹੀ ਕਿਸੇ ਪਿਆਰੇ ਪ੍ਰੇਮੀ ਨੂੰ, ਭੈਣ ਭਰਾ, ਧੀ ਪੁੱਤਰ ਨੂੰ, ਪਤੀ ਪਤਨੀ, ਮਾਤਾ ਪਿਤਾ, ਕਿਸੇ ਨੂੰ ਵੀ ਮਿਲਦੇ ਆ, ਔਰ ਬੜੇ ਚਿਰੇ ਬਾਅਦ, ਵਿਛੋੜੇ ਬਾਅਦ ਮਿਲੀਏ, ਤੇ ਅਕਸਰ ਵੇਖਿਆ ਹੋਣਾ ਮਾਵਾਂ ਆਪਣੇ ਬੱਚਿਆਂ ਨੂੰ ਗਲਵੱਕੜੀ ਚਲਾ ਲੈਂਦੀਆਂ ਨੇ, ਉਦੋਂ ਦੇਖ ਨਹੀਂ ਰਹੀਆਂ ਹੁੰਦੀਆਂ, ਦੋਨਾਂ ਦੇ ਨੇਤਰ ਲਗਭਗ ਬੰਦ ਹੁੰਦੇ ਨੇ। ਬਹੁਤੀ ਵਾਰ ਮਾਵਾਂ ਦੇ ਨੇਤਰਾਂ 'ਚ ਹੰਝੂ ਹੁੰਦੇ ਨੇ, ਉਹ ਤਾਂ ਦੇਖ ਹੀ ਨਹੀਂ ਪਾ ਰਹੀਆਂ ਹੁੰਦੀਆਂ, ਪਰ ਉਹ ਜੋ ਮਿਠਾਸ ਹੈ, ਜੋ ਅਨੁਭਵ ਹੈ ਇਸ ਵਕਤ ਦਾ, ਉਹ ਉਹਨਾਂ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਕਲੇਜੇ ਠੰਡ ਪੈ ਰਹੀ ਹੁੰਦੀ ਹੈ। ਆ ਸਾਰੇ ਜਿਹੜੇ ਮਾਪੇ ਆ, ਅਸੀਂ ਚਿਰਾਂ ਬਾਅਦ ਬੱਚੇ ਮਿਲਣ 'ਤੇ ਇੱਕ ਅਨੁਭਵ ਹੁੰਦਾ ਹੈ, ਅਤੇ ਜੇ ਕੁਝ ਸਮੇਂ ਤੱਕ ਬੱਚੇ ਦਾ ਉਹੋ ਜਿਹਾ ਕੋਈ ਸੁਨੇਹਾ ਸੁੱਖ ਦਾ ਨਾ ਆਵੇ, ਅਤੇ ਇੱਕ ਘਬਰਾਹਟ ਜਿਹੀ ਹੁੰਦੀ ਹੈ, ਉਹਨੂੰ ਦੱਸ ਵੀ ਨਹੀਂ ਸਕਦੇ, ਬਿਆਨ ਨਹੀਂ ਕਰ ਸਕਦੇ। ਠੀਕ ਹੈ, ਇੱਕ ਦੂਜੇ ਨੂੰ ਕਹਿ ਦੇਣੇ ਆ, ਭਾਈ ਸੁਨੇਹਾ ਨਹੀਂ ਆਇਆ, ਚਿੰਤਾ ਲੱਗੀ ਹੈ, ਫਿਕਰ ਲੱਗਾ ਹੈ, ਪਰ ਉਸ ਚਿੰਤਾ ਫਿਕਰ ਨੂੰ ਕਿਵੇਂ ਐਕਸਪਲੇਨ ਕਰਾਂਗੇ, ਉਹ ਸ਼ਬਦ ਨਹੀਂ ਹੁੰਦੇ। ਅਤੇ ਜਦੋਂ ਉਹ ਆਣ ਮਿਲਦਾ, ਅਚਾਨਕ ਸਰਪ੍ਰਾਈਜ਼ ਤੇ ਦਰਵਾਜ਼ੇ 'ਤੇ ਆ ਜਾਏ, ਅਤੇ ਜਦੋਂ ਗਲਵੱਕੜੀ 'ਚ ਹੁੰਦਾ ਅਤੇ ਉਦੋਂ ਦੇਖਿਆ ਥੋੜ੍ਹਾ ਹੁੰਦਾ ਹੈ, ਉਦੋਂ ਚਿਹਰਾ 'ਤੇ ਛੁਪਿਆ ਹੁੰਦਾ ਤਾਂ ਬੁੱਕਲ 'ਚ, ਪਰ ਉਦੋਂ ਇੱਕ ਠੰਡ ਪੈ ਰਹੀ ਹੁੰਦੀ ਹੈ। ਉਹ ਆਤਮ ਦਰਸ਼ਨ ਦਾ ਇੱਕ ਪਹਿਲਾ ਅਨੁਭਵ ਹੈ, ਜੋ ਸਾਡੇ ਆਪਣੇ ਮਾਪਿਆਂ ਨਾਲ ਅਤੇ ਸਾਨੂੰ ਗਾ ਆਪਣੀ ਸੰਤਾਨ ਨਾਲ ਮਿਲਣ 'ਤੇ ਅਨੁਭਵ ਹੁੰਦਾ ਹੈ। ਇਹ ਸਾਰੇ ਰਿਸ਼ਤਿਆਂ ਦੇ ਵਿੱਚ ਮਾਣਿਆ ਜਾਂਦਾ ਹੈ, ਕਿਉਂਕਿ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਡੇ ਇਹ ਸਾਰੇ ਰਿਸ਼ਤੇ ਨੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਅਤੇ ਅੱਜ ਜੋ ਰਿਸ਼ਤਾ ਕਾਇਮ ਕੀਤਾ ਤੇ ਯਾਰ ਦਾ, ਮਿੱਤਰ ਦਾ, ਸੁਣ ਯਾਰ ਹਮਾਰੇ ਸੱਜਣ। ਇੱਕ ਆਤਮਿਕ ਰਿਸ਼ਤਾ ਹੈ, ਜਿਸ 'ਚ ਸ਼ਕਲਾਂ ਨਹੀਂ ਗਈਆਂ, ਤਸਵੀਰਾਂ ਨਹੀਂ ਗਈਆਂ, ਔਰ ਉਹ ਗੁਰਦੇਵ ਕਿਰਪਾ ਕਰਨ ਸਾਨੂੰ ਅਨੁਭਵ ਹੋਵਣ। ਇਸੇ ਕਰਕੇ ਕਹਿੰਦੇ ਅਨੁਭਵ ਪ੍ਰਕਾਸ਼, ਉਹ ਅਨੁਭਵ ਦਾ ਪ੍ਰਕਾਸ਼ ਹੈ, ਹਿਰਦਿਆਂ 'ਚ ਹੋਵੇ। ਜਦੋਂ ਅਸੀਂ ਕਿਤੇ ਬੈਠੇ ਕੀਰਤਨ ਸੁਣਦੇ, ਕੀਰਤਨ ਕਰਦੇ, ਕਥਾ ਕਰਦੇ, ਸੁਣਦੇ, ਨਿਜ ਅਭਿਆਸ 'ਚ ਬੈਠੇ ਜਾਪ ਕਰਦੇ, ਪਾਠ ਕਰਦੇ, ਹੌਲੀ ਹੌਲੀ ਆਪਣੇ ਆਲੇ ਦੁਆਲੇ ਦੇ ਸ਼ੋਰ ਸ਼ਰਾਬੇ ਤੋਂ ਕੱਟ ਜਾਈਏ, ਆਪਣੇ 'ਚ ਟਿਕ ਜਾਈਏ,
ਤੇ ਇਹਦੇ ਦਰਸ਼ਨ ਸੰਭਵ ਨੇ। ਔਰ ਮਹਾਰਾਜ ਸਭ ਨੂੰ ਮੌਕਾ ਦਿੰਦੇ ਨੇ। ਬਹੁਤੀ ਵਾਰ ਸਾਨੂੰ ਦਾ ਚੂੰਕਿ ਗਿਆਨ ਪਤਾ ਨਹੀਂ ਹੁੰਦਾ, ਆਪਾਂ ਕਦੇ ਕਦੇ ਨੂੰ ਆਪਣੇ ਰੰਗ ਢੰਗ 'ਚ ਕਹਿੰਦੇ ਵੀ ਅੱਜ ਪਾਠ ਕਰਦੇ ਹਾਂ, ਆਨੰਦ ਆ ਗਿਆ, ਸੁਰਤ ਜੁੜ ਗਈ, ਬੜੀ ਕਿਰਪਾ, ਬੜਾ ਟਿਕਾਓ ਬਣ ਗਿਆ। ਉਹ ਟਿਕਾਓ ਕੀ ਹੈ? ਉਸ ਸੁਰਤ ਚੇਤਨਾ ਦੇ ਸਦਕੇ ਨਿਕਟਤਾ ਮਿਲੀ ਹੈ। ਉਹ ਇੱਕ ਅਨੁਭਵ ਹੈ ਸਾਡਾ ਪਹਿਲਾ। ਜਿਵੇਂ ਬਰਫ਼ ਦੀ ਸ਼ਿਲਾ ਦੇ ਕੋਲ ਬੈਠ ਜਾਈਏ ਅਤੇ ਚੰਦ ਪਲਾਂ ਦੇ ਬਾਅਦ ਠੰਡਕ ਮਹਿਸੂਸ ਹੋਣ ਲੱਗ ਪੈਂਦੀ ਹੈ। ਸਾਡੀਆਂ ਅੱਖਾਂ ਬੰਦ ਹੋਵਣ, ਉੱਥੋਂ ਕੋਈ ਬਰਫ਼ ਹਟਾ ਕੇ ਉੱਥੇ ਮੱਗ ਦੀ ਅੱਗ ਲਿਆ ਕੇ ਰੱਖ ਦੇਵੇ, ਚੰਦ ਪਲਾਂ ਬਾਅਦ ਸਾਨੂੰ ਪਤਾ ਲੱਗ ਜਾਏਗਾ ਭਾਈ ਬਰਫ਼ ਤੇ ਹਟ ਗਈ ਅਤੇ ਅੱਗ ਆ ਗਈ ਹੈ, ਕਿਉਂਕਿ ਸੇਕ ਪੈਣ ਲੱਗ ਪਿਆ ਹੈ। ਇਸੇ ਤਰ੍ਹਾਂ ਜੋ ਨੇਤਰ ਬੰਦ ਹੋਣ 'ਤੇ ਸੇਕ ਲੱਗਦਾ ਹੈ, ਨਿੱਘ ਮਿਲਦਾ ਹੈ ਜਾਂ ਸ਼ੀਤਲਤਾ ਮਿਲਦੀ ਹੈ, ਇਹ ਕਰਤਾ ਦੇ ਬਣਾਏ ਤੱਤਾਂ ਦਾ ਇੱਕ ਗੁਣ ਹੈ। ਵੀ ਪਾਣੀ ਦਾ ਗੁਣ ਸ਼ੀਤਲਤਾ ਹੈ, ਅਗਨੀ ਦਾ ਗੁਣ ਸੇਕ ਦੇਣਾ, ਨਿੱਘ ਗੇੜ ਦੇਣਾ, ਉਹਨਾਂ ਆਪਣਾ ਆਪਣਾ ਕੰਮ ਕਰਨਾ ਹੈ। ਇਸੇ ਤਰ੍ਹਾਂ ਕਰਤਾ ਪੁਰਖ ਦਾ ਗੁਣ ਜੋ ਸਾਨੂੰ ਪ੍ਰਾਪਤ ਹੁੰਦਾ, ਜਿਸ ਦੇ ਸਦਕੇ ਇੱਕ ਜਿਗਿਆਸੂ ਪ੍ਰੇਮੀ ਦਾ ਆਪਣੇ ਵਾਹਿਗੁਰੂ ਜੀ ਦੇ ਨਾਲ ਸੰਬੰਧ ਬਣਦਾ, ਉਹਦੇ ਵਿਚਕਾਰ ਹੁੰਦਾ ਇੱਕ ਆਨੰਦ। ਜਦੋਂ ਬੈਠੇ ਹਾਂ, ਜਿੱਥੇ ਵੀ ਬੈਠੇ ਹਾਂ, ਹਿਰਦੇ ਨੂੰ ਆਨੰਦ ਮਹਿਸੂਸ ਹੁੰਦਾ ਹੈ। ਸਮਝਣ ਅਤੇ ਵਰਤ ਤੇ ਕਰਤਾ ਹੀ ਰਿਹਾ ਹੈ। ਗਿਆਨ ਕਰਕੇ ਉਸ ਨੂੰ ਕਿਵੇਂ ਪਰਿਭਾਸ਼ਿਤ ਕਰਾਂਗੇ, ਇਹ ਅਲੱਗ ਬਾਤ ਹੈ। ਕੋਈ ਉਸ ਨੂੰ ਪਰਿਵਾਰ ਦੇ ਰਿਸ਼ਤਿਆਂ ਕਰਕੇ ਪਰਿਭਾਸ਼ਿਤ ਕਰ ਸਕਦਾ ਹੈ, ਕਿਉਂਕਿ ਕਰਤਾ ਹੀ ਹੈ ਨਾ। ਮਾਤਾ ਪਿਤਾ ਭੈਣ ਭਰਾਵਾਂ ਦੇ ਵਿੱਚ ਵੀ ਤੇ ਕਰਤਾ ਹੀ ਹੈ ਨਾ। ਇਹ ਪਰਿਵਾਰ ਦੇ ਜਿਹੜੇ ਰਿਸ਼ਤੇ ਸਾਨੂੰ ਬਣਾ ਕੇ ਦਿੱਤੇ ਗਏ, ਦਾਤ ਤੇ ਕਰਤੇ ਦੀ ਨੇ ਨਾ। ਕਰਤੇ ਦੀ ਕਿਰਪਾ ਹੋਈ ਤੇ ਸਾਨੂੰ ਮਾਤਾ ਪਿਤਾ ਮਿਲੇ, ਗਾਂ ਭੈਣ ਭਰਾ ਧੀਆਂ ਪੁੱਤਰ, ਸਾਡੇ ਜਿਤਨੇ ਸੰਬੰਧ ਨੇ ਕਰਤੇ ਦੀ ਕਿਰਪਾ ਦੇ ਸਦਕੇ ਹੀ ਨੇ। ਅਤੇ ਸਿਆਣੇ ਇਸੇ ਕਰਕੇ ਕਹਿੰਦੇ ਨੇ ਇਹਨਾਂ ਦੇ ਵਿੱਚ ਹੀ ਪ੍ਰਮਾਤਮਾ ਹੈ। ਜਿਹੜਾ ਇਹਨਾਂ ਦੇ ਵਿੱਚੋਂ ਪ੍ਰਮਾਤਮਾ ਦੇ ਅਨੁਭਵ ਨੂੰ ਨਹੀਂ ਮੰਨ ਪਾਇਆ, ਉਹ ਸਿੱਧਾ ਪਹਾੜ 'ਤੇ ਬਹਿ ਕੇ ਰੱਬ ਨੂੰ ਕਿੱਥੇ ਮਿਲ ਪਾਏਗਾ। ਇਹਨਾਂ ਦੇ ਵਿੱਚ ਹੀ ਪ੍ਰਮਾਤਮਾ ਕਿਤੇ ਕਰ ਸਕੇ। ਇਸੇ ਕਰਕੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੂਰਨ ਗ੍ਰਸਤੀ ਬਣਾਇਆ। ਭਾਈ ਸਾਹਿਬ ਕਹਿੰਦੇ ਹੁੰਦੇ ਸੀ ਕਿ ਭਾਈ ਅੱਜ ਤੁਹਾਡੇ ਵਿਵਾਹ ਹੁੰਦੇ ਨਾ, ਜਦੋਂ ਵਿਵਾਹ ਸਮਾਗਮਾਂ 'ਤੇ ਕਈ ਵਾਰ ਬੈਠਣਾ, ਉਪਦੇਸ਼ ਦੇ ਰੂਪ 'ਚ ਕਹਿਣਾ ਵੀ ਅੱਜ ਤੁਹਾਡਾ ਵਿਆਹ ਹੋ ਰਿਹਾ ਹੈ, ਇੱਕ ਰਿਹਰਸਲ ਹੈ। ਵੀ ਤੁਸੀਂ ਦੋ ਜੀ ਨਹੀਂ ਬਣਾ ਸਕੇ, ਆਪਣੇ ਦੂਜੇ ਪਰਿਵਾਰ ਦੇ ਹਿੱਸੇ ਦੇ ਨਾਲ ਪਤੀ ਪਤਨੀ 'ਚ ਅਗਰ ਤੁਸੀਂ ਨਹੀਂ ਬਣਾ ਪਾਏ ਤਾਂ ਰੱਬ ਨਾਲ ਕਿੱਥੋਂ ਬਣਾਓਗੇ। ਇਹ ਰਿਸ਼ਤੇ ਨਿਭਾਉਣੇ ਪੈਂਦੇ ਨਾ, ਬਣਾਉਣੀ ਪੈਂਦੀ ਹੈ। ਕੁਝ ਮਨ ਦੀਆਂ ਗੱਲਾਂ ਨੂੰ ਦਬਾਉਣਾ ਹੁੰਦਾ, ਮਾਰਨਾ ਹੁੰਦਾ, ਕੁਝ ਕੱਟਣਾ ਹੁੰਦਾ, ਕੁਝ ਵਾਧਾ, ਕੁਝ ਘਾਟਾ, ਬੜਾ ਕੁਝ ਕਰੀਦਾ ਤਾਂ ਪਤੀ ਪਤਨੀ ਰਿਸ਼ਤਾ ਨਿਭਦਾ ਹੈ। ਬਹੁਤ ਸਾਰੀਆਂ ਗੱਲਾਂ ਸਾਰੇ ਪਰਿਵਾਰਿਕਾਂ ਜਾਣਦੇ ਆ। ਇਹਨਾਂ ਰਿਸ਼ਤਿਆਂ ਨੂੰ ਨਿਭਾਉਣ ਵਾਸਤੇ ਕਈ ਮਨ ਦੀਆਂ ਇੱਛਾਵਾਂ ਨੂੰ ਦਬਾਉਣਾ ਹੁੰਦਾ ਹੈ, ਰੁਕਣਾ ਪੈਂਦਾ ਹੈ, ਕਿਤੇ ਅੱਗੇ ਵਧਣਾ ਪੈਂਦਾ ਹੈ, ਕਿਤੇ ਪਿੱਛੇ ਹਟਣਾ ਪੈਂਦਾ ਹੈ। ਅਤੇ ਕਹਿੰਦੇ ਕਿ ਜੇ ਤੁਸੀਂ ਇੱਕ ਜੀ ਨਾਲ ਨਹੀਂ ਨਿਭਾ ਪਾ ਰਹੇ, ਅਜੇ ਉਹ ਤੁਹਾਡੀ ਗੱਲ ਸੁਣ ਲੈਂਦਾ ਹੈ, ਮੰਨ ਲੈਂਦਾ ਹੈ। ਅੱਧੀ ਪਚੱਧੀ ਤੁਸੀਂ ਮੰਨ ਲਓ, ਅੱਧੀ ਪਚੱਧੀ ਉਹ ਮੰਨ ਲਏਗਾ, ਅਤੇ ਪਰਮਾਤਮਾ ਦੀ ਤਾਂ ਸਾਰੀ ਦੀ ਸਾਰੀ ਤੁਸਾਂ ਹੀ ਮੰਨਣੀ ਹੈ, ਉਹਨੇ ਥੋੜ੍ਹਾ ਮੰਨਣੀ ਕੋਈ। ਉਹਦੀ ਤੇ ਸਾਰੀ ਆਗਿਆ ਅਸਾਂ ਹੀ ਸਿੱਖ ਨਹੀਂ ਮੰਨਣੀ ਹੈ, ਅਤੇ ਤੁਹਾਡੀ ਉਹਦੇ ਨਾਲ ਕਿਵੇਂ ਬਣੇਗੀ। ਇਹ ਰਿਹਰਸਲ ਹੈ। ਅਤੇ ਅਸਲ ਵਿਆਹ ਤਾਂ ਸਾਡਾ ਹੋਣਾ, ਕਹੋ ਕਬੀਰ ਮੋਹ ਵਿਆਹ ਚਲੇ ਹੈ। ਇੱਕ ਦਿਨ ਸਾਡਾ ਉਹਨਾਂ ਸੰਬੰਧ, ਜਦੋਂ ਅਸੀਂ ਸਰੀਰ ਰੂਪੀ ਇਸ ਮਾਤ ਲੋਕ ਘਰ ਪਰਿਵਾਰ 'ਚੋਂ ਛੱਡ ਕੇ ਤੁਰ ਜਾਣਾ ਹੈ। ਅਸੀਂ ਵੇਖਿਆ ਮਲਕ ਜੀ ਕੰਨੇ ਸੁਣਦਾ, ਮੂੰਹ ਦੇਖਾ ਲੈ ਆਏ ਆ ਜਾਣਾ। ਖੈਰ, ਇਹ ਸਾਰਾ ਕੁਝ ਸਾਨੂੰ ਦਰਸ਼ਨਾਂ ਦੇ ਅਨੁਭਵ 'ਚੋਂ ਮਿਲੇ। ਇਸੇ ਕਰਕੇ ਤਾਂ ਅਸੀਂ ਇੱਥੇ ਬੈਠਦੇ ਹਾਂ। ਔਰ ਉਹ ਜਿਹਦੇ ਦਰਸ਼ਨਾਂ ਲਈ ਬੈਠੇ ਹਾਂ, ਉਹ ਤਸਵੀਰਾਂ 'ਚ ਨਹੀਂ ਹੈ, ਤਸਵੀਰਾਂ 'ਚ ਹੋ ਵੀ ਨਹੀਂ ਸਕਦਾ। ਅਸੀਂ ਤੁਸੀਂ ਤਸਵੀਰਾਂ ਲਾਈਆਂ ਨੇ ਆਪਣੇ ਘਰਾਂ 'ਚ, ਪਰਿਵਾਰਾਂ ਦੀਆਂ ਆਪਣੀਆਂ। ਆ ਮਿਊਜ਼ੀਅਮਾਂ ਦੇ ਵਿੱਚ, ਅਜਾਇਬ ਘਰਾਂ ਦੇ ਵਿੱਚ ਤਸਵੀਰਾਂ ਲੱਗੀਆਂ ਨੇ, ਚੰਗੀ ਗੱਲ ਹੈ। ਗਿਆਨ ਦੇ ਪਹਿਲੇ ਪੜਾਅ ਵਾਸਤੇ ਤਸਵੀਰਾਂ ਬਹੁਤ ਲਾਹੇਵੰਦ ਹੁੰਦੀਆਂ ਨੇ। ਜਿਵੇਂ ਐਜੂਕੇਸ਼ਨ ਸੈਕਟਰ ਦੇ ਵਿੱਚ ਪ੍ਰਾਇਮਰੀ ਸੈਕਸ਼ਨ ਦੇ ਪਹਿਲੇ ਸਾਲ ਵਾਸਤੇ ਜਦੋਂ ਬੱਚਾ ਪੜ੍ਹਾਈ ਆਰੰਭ ਕਰਦਾ ਹੈ, ਉਦੋਂ ਤਸਵੀਰ ਦੀ ਬਹੁਤ ਕੀਮਤ ਹੁੰਦੀ ਹੈ। ਅਸੀਂ ਤਾਂ ਯਕਦਮ ਕਿਸੇ ਚੀਜ਼ ਨੂੰ ਇਨਕਾਰ ਕਰਦੇ ਨੇ, ਜਾਂ ਅੱਖਾਂ ਮੀਟ ਕੇ ਜਾਂ ਤਾਂ ਮਨਾ ਕਰਦੇ ਨੇ, ਜਾਂ ਅੱਖਾਂ ਮੀਟ ਕੇ ਮੰਨ ਲੈਂਦੇ ਹਾਂ। ਐਜੂਕੇਸ਼ਨ ਸੈਕਟਰ ਵਿੱਚ ਤਸਵੀਰ ਦੇ ਪਹਿਲੇ ਕੁਝ ਮਹੀਨੇ ਬੜੀ ਕੀਮਤ ਹੈ। ਜਦ ਬੱਚੇ ਨੂੰ ਅੱਖਰ ਗਿਆਨ ਨਹੀਂ ਗਾ, ਤਾਂ ਉਦੋਂ ਐਪਲ ਹੀ ਨਜ਼ਰ ਆਉਂਦਾ ਨਾ।
ਉਹਨੇ ਬਾਜ਼ਾਰ 'ਚ ਵੀ ਐਪਲ ਦੇਖਿਆ ਹੁੰਦਾ, ਘਰ ਵੀ ਦੇਖਿਆ ਹੁੰਦਾ, ਤਸਵੀਰ ਵਿੱਚ ਵੀ ਐਪਲ ਦੇਖਦਾ ਹੈ। ਫਿਰ ਹੌਲੀ ਹੌਲੀ ਉਹਦੇ ਦਿਲੋਂ ਦਿਮਾਗ 'ਚ ਇਹ ਬੈਠ ਜਾਂਦੀ ਹੈ, ਉਹਨੇ ਬਾਜ਼ਾਰਾਂ 'ਚ ਕਿਤੇ ਊਠ ਵੇਖਿਆ ਹੁੰਦਾ ਹੈ, ਤਸਵੀਰਾਂ 'ਚ ਊਠ ਵੇਖਿਆ ਹੁੰਦਾ, ਅਧਿਆਪਕ ਕਹਿੰਦਾ ਬੇਟਾ ਆਹ ਤਸਵੀਰ ਊਠ ਹੈ, ਪਹਿਲਾਂ ਤੈਨੂੰ ਊਠ ਦਿਖਾਉਂਦੇ ਨਾ, ਅਤੇ ਊੜਾ ਟਿਕ ਜਾਂਦਾ ਹੌਲੀ ਹੌਲੀ ਉਹਦੇ ਦਿਲੋਂ ਦਿਮਾਗ 'ਚ। ਕੁਝ ਸਾਲਾਂ ਬਾਅਦ ਹੁਣ ਤਸਵੀਰ ਦੀ ਲੋੜ ਨਹੀਂ ਹੈ, ਉਸ ਨੂੰ ਊੜੇ ਦਾ ਪਤਾ ਲੱਗ ਚੁੱਕਾ ਹੈ। ਅਤੇ ਅਗਰ 4-5 ਸਾਲ ਬਾਅਦ ਵੀ ਉਹਦੀ ਅਸੀਂ ਤਸਵੀਰ 'ਤੇ ਊੜਾ ਲਿਖਣ ਦੇ ਨਾਲ ਊਠ ਲਿਖੀ ਤੇ ਕਿ ਘਣ ਮੂਰਖ ਬੱਚਾ ਥੋੜ੍ਹਾ ਮੈਂ ਹੁਣ ਕਿਉਂ ਊੜਾ ਊਠ ਲਿਖਦੇ ਹੋ, ਹੁਣ ਕਿਉਂ ਊਠ ਦੱਸਦੇ ਹੋ, ਹੁਣ ਊੜਾ ਊਠ ਕਹਿਣ ਦੀ ਲੋੜ ਨਹੀਂ ਹੈ, ਹੁਣ ਸਿਰਫ ਊੜਾ ਕਹਿਣ ਦੀ ਲੋੜ ਹੈ। ਤਸਵੀਰ ਦਾ ਪਹਿਲਾ ਹਿੱਸਾ ਬੜਾ ਚੰਗਾ ਹੁੰਦਾ ਹੈ, ਇਸੇ ਕਰਕੇ ਮਿਊਜ਼ੀਅਮਾਂ ਦੇ ਵਿੱਚ ਇਹਨਾਂ ਥਾਂ ਤਸਵੀਰਾਂ ਲੱਗਦੀਆਂ ਨੇ। ਜਿਹਨੂੰ ਪਤਾ ਉਹਨੂੰ ਇਸ਼ਾਰਾ ਕਰਕੇ ਦਿਖਾ ਕੇ ਦੇਖੋ ਬਾਬਾ ਨਾਨਕ ਦੀ ਫੋਟੋ ਹੈ। ਸਾਨੂੰ ਵੀ ਪਤਾ ਹੁੰਦਾ ਐਸੀ ਨਹੀਂ ਹੈ, ਪਰ ਫਿਰ ਵੀ ਅਸੀਂ ਕਹਿੰਦੇ ਹਾਂ। ਜਿਹਨਾਂ ਤਸਵੀਰਾਂ 'ਚ ਐਕਚੁਅਲੀ ਤਸਵੀਰਾਂ ਸਾਡੇ ਕੋਲ ਕੈਮਰੇਜ਼ ਦੀਆਂ ਹੈਗੀਆਂ ਨੇ, ਅਸੀਂ ਕਹਿ ਦਿੰਦੇ ਹਾਂ ਫਲਾਣੇ ਗੁਰਮੁਖ ਦੀ, ਫਲਾਣੇ ਸੰਤ ਦੀ, ਫਲਾਣੇ ਮਹਾਂਪੁਰਖ ਦੀ ਸ਼ਹੀਦ ਦੀ ਤਸਵੀਰ ਹੈ, ਪਰ ਸਾਨੂੰ ਵੀ ਪਤਾ ਹੁੰਦਾ ਕਿ ਤਸਵੀਰ ਦੇ ਵਿੱਚ ਉਹ ਨਹੀਂ ਹੈ। ਤਸਵੀਰ ਹੈ, ਘਰ ਬਜ਼ੁਰਗ ਦੀ ਤਸਵੀਰ ਲੱਗੀ, ਆਪਣੀ ਤਸਵੀਰ ਲੱਗੀ, ਅਸੀਂ ਲਾਈਆਂ ਮੋਬਾਈਲ 'ਤੇ, ਕਿ ਆਪਣੀ ਤਸਵੀਰ ਦੇ ਵਿੱਚ ਆਪ ਹੋ, ਨਹੀਂ ਆਪ ਤੇ ਤਸਵੀਰ ਤੋਂ ਬਾਹਰ ਹੋ। ਜਦੋਂ ਤਸਵੀਰਾਂ 'ਤੇ ਫਰੇਮ ਲੱਗ ਜਾਂਦਾ ਹੈ ਨਾ, ਉਦੋਂ ਵਿੱਚ ਉਹ ਨਹੀਂ ਹੁੰਦਾ। ਇੱਕ ਫਿਲਾਸਫੀ ਦੀ ਗੱਲ ਬੜੀ ਕਠੋਰ ਜਿਹੀ ਹੈ, ਜਦੋਂ ਫਰੇਮ ਲੱਗ ਜਾਏ ਉਦੋਂ ਤਸਵੀਰ ਬਣ ਜਾਂਦੀ ਹੈ, ਅਤੇ ਤਸਵੀਰ ਦੇ ਵਿੱਚ ਤਸਵੀਰ ਵਾਲਾ ਨਹੀਂ ਹੁੰਦਾ, ਉਹ ਨਿਰਜਿੰਦ ਤਸਵੀਰ ਰਹਿ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਮਨੁੱਖਾਂ ਦੇ ਉੱਤੇ ਚੌਖਟੇ ਫਿੱਟ ਕਰ ਦਿੰਦੇ ਹਾਂ, ਤੂੰ ਇੱਦਾਂ ਦੇ ਕੱਪੜੇ ਪਾ, ਇੱਦਾਂ ਦੇ ਰੰਗ ਪਾ, ਇੱਦਾਂ ਦੇ ਇਹ ਫਰੇਮ ਲਾ ਦਿੰਦੇ ਹਾਂ, ਉਹਦੇ ਵਿੱਚੋਂ ਧਰਮ ਪ੍ਰਮਾਤਮਾ ਨਿਕਲ ਜਾਂਦਾ ਹੈ। ਕੇਵਲ ਖਾਲੀ ਤਸਵੀਰਾਂ ਡੱਬੇ ਰਹਿ ਜਾਂਦੇ, ਲੈ ਲਓ ਪੂਜ ਲਓ ਭਾਈ। ਲੋਕ ਮੂਰਤੀਆਂ ਤਸਵੀਰਾਂ ਬਾਜ਼ਾਰ 'ਚੋਂ ਲੈਂਦੇ ਨੇ, ਪੂਜਦੇ ਨੇ, ਖੁਸ਼ ਹੁੰਦੇ ਨੇ, ਅਸਲੀਅਤ ਵਿੱਚ ਉੱਥੇ ਤਾਂ ਕੁਛ ਵੀ ਖਾਲੀ ਡੱਬਾ ਹੀ ਹੁੰਦਾ ਹੈ। ਤਸਵੀਰ 'ਚ ਪਰਮਾਤਮਾ ਨਹੀਂ ਹੁੰਦਾ, ਕਿਉਂਕਿ ਤਸਵੀਰ 'ਚ ਅਸੀਂ ਤੁਸੀਂ ਕਦੇ ਨਹੀਂ ਜਾ ਸਕੇ, ਅਤੇ ਪਰਮਾਤਮਾ ਦੀ ਗੱਲ ਹੀ ਛੱਡ ਦਿਓ। ਅਸੀਂ ਤੁਸੀਂ ਕਿਹੜਾ ਤਸਵੀਰ 'ਚ ਹੁੰਦੇ ਹਾਂ, ਅਸੀਂ ਤੁਸੀਂ ਤੇ ਬਾਹਰ ਖਲੋਤੇ ਹੁੰਦੇ ਹਾਂ, ਪਰ ਅਸੀਂ ਉਹ ਫਰੇਮ ਥੋੜ੍ਹਾ ਹੁੰਦੇ ਹਾਂ। ਖੈਰ, ਪਰਮਾਤਮਾ ਫਰੇਮਾਂ ਦਾ ਬੱਝਾ ਹੋਇਆ ਨਹੀਂ ਹੈ, ਪਰਮਾਤਮਾ ਕਿਸੇ ਚੌਖਟੇ 'ਚ ਬੱਝਾ ਹੋਇਆ ਨਹੀਂ ਹੈ ਵੀ ਇੱਦਾਂ ਦਾ ਹੀ ਹੋਏਗਾ, ਨਹੀਂ, ਇੱਦਾਂ ਦਾ ਨਹੀਂ ਹੈ। ਹੋ ਸਕਦਾ ਜਿਸ ਤਰ੍ਹਾਂ ਦਾ ਅਸਾਂ ਸੋਚਿਆ ਹੈ ਵੈਸਾ ਬਿਲਕੁਲ ਨਾ ਹੋਵੇ, ਅਤੇ ਜੋ ਅਸਾਂ ਸੋਚੀਏ ਹੀ ਨਹੀਂ ਹੈ, ਪਰਮਾਤਮਾ ਉਸ ਸਰੂਪ 'ਚ ਆ ਕੇ ਸਾਨੂੰ ਮਿਲਦਾ ਹੋਵੇ। ਔਰ ਬਹੁਤ ਵਾਰ ਅਸਾਂ ਵੇਖਿਆ ਹੈ ਪਰਮਾਤਮਾ ਦਾ ਜੇ ਅਨੁਭਵ ਕਿਤੇ ਬਣ ਜਾਏਗਾ ਨਾ ਆਨੰਦ ਵਾਲਾ, ਅਤੇ ਜਿੱਥੇ ਵੀ ਉਹਦੀ ਸ਼ੋਅ ਦਾ ਉਹ ਆਨੰਦ ਅਨੁਭਵ ਹੋਏਗਾ ਤਾਂ ਲੱਗੇਗਾ ਪਰਮਾਤਮਾ ਇੱਥੇ ਹੈ, ਕਿਉਂਕਿ ਜਿੱਥੇ ਵੀ ਆਨੰਦ ਹੈ। ਆ ਇੱਕ ਬਚਨ ਅਸੀਂ ਪੜ੍ਹਨਾ ਹੈ, ਥੋੜ੍ਹੀ ਦੇਰ ਬਾਅਦ ਸਮਾਪਤੀ ਆਪਾਂ ਦੀਵਾਨ ਦੀ ਕਰਦੇ ਹਾਂ ਨਾ, ਉਦੋਂ ਇੱਕ ਬਚਨ ਆਪਾਂ ਪੜ੍ਹਦੇ ਹਾਂ, ਆਨੰਦ ਭਇਆ। ਸਾਰੇ ਪੜ੍ਹਦੇ ਨਾ, ਆਨੰਦ ਭਇਆ। ਔਰ ਅਕਸਰ ਲੋਕ ਉਦੋਂ ਉੱਠ ਕੇ ਤੁਰ ਪੈਂਦੇ ਨੇ, ਬੜੇ ਵੱਡੇ ਗਿਆਨੀ ਉਦੋਂ ਉੱਠ ਕੇ ਤੁਰ ਪੈਂਦੇ ਨੇ, ਵੱਡੇ ਕੀਰਤਨੀ ਆਪਣੇ ਆਪ ਨੂੰ ਕਹਿੰਦੇ ਕਹਾਂਦੇ ਸਿੱਖ ਜਿਹੜੇ ਦਾਅਵੇ ਕਰਦੇ ਨੇ ਗੁਰੂ ਦੀਆਂ, ਉਹ ਜਦੋਂ ਹੀ ਇੱਥੇ ਤਾਬਿਆ ਬੈਠਾ ਕੋਈ ਸਿੱਖ ਇਹਨਾਂ ਨਾਲ ਆਨੰਦ ਭਇਆ, ਉਦੋਂ ਉੱਠ ਕੇ ਤੁਰ ਜਾਂਦੇ। ਪਤਾ ਕਿਉਂ? ਉਹਨਾਂ ਨੂੰ ਆਨੰਦ ਭਇਆ ਨਹੀਂ ਹੈ, ਗਿਆਨ ਭਇਆ ਹੈ। ਉਹਨਾਂ ਦੇ ਕੋਲ ਗਿਆਨ ਹੈ, ਜਾਣਕਾਰੀ ਹੈ, ਉਹਨਾਂ ਦੇ ਕੋਲ ਦੁਨੀਆ ਭਰ ਦਾ, ਦੇਸ਼ ਦਾ, ਇਲਾਕੇ ਦਾ 200-400 1000 ਬੰਦਾ ਇਕੱਠਾ ਕਰਨ ਦੀ ਕਲਾ ਹੈ, ਪਰ ਆਨੰਦ ਭਇਆ ਨਹੀਂ ਹੈ। ਕਿਉਂਕਿ ਆਨੰਦ ਭਇਆ ਤੇ ਅਗਲੀ ਗੱਲ ਕਿ ਸਤਿਗੁਰੂ ਮੈਂ ਪਾਇਆ। ਜਿੱਥੇ ਸਤਿਗੁਰੂ ਮਿਲੇਗਾ, ਜਦੋਂ ਵੀ ਮਿਲੇਗਾ ਕਿਸੇ ਨੂੰ, ਸਮਝ ਲਓ ਉਦੋਂ ਆਨੰਦ ਆਏਗਾ। ਸਤਿਗੁਰੂ ਦੀ ਨਿਕਟਤਾ ਦਾ ਮਤਲਬ ਆਨੰਦ ਹੀ ਹੈ। ਜਿਸ ਮਿਲਿਆ ਮਨ ਹੋਏ ਆਨੰਦ। ਹੁਣ ਪਰਿਵਾਰ ਦੇ ਸੱਜਣ ਮਿੱਤਰਾਂ ਦੇ ਜਿਸ ਨੂੰ ਮਿਲ ਕੇ ਵੀ ਤੁਹਾਨੂੰ ਸਾਨੂੰ ਆਨੰਦ ਦਾ ਅਨੁਭਵ ਹੁੰਦਾ ਹੈ, ਉੱਥੇ ਕਲਾ ਗੁਰੂ ਕਰਤੇ ਦੀ ਵਰਤਰੀ ਹੁੰਦੀ ਹੈ। ਹਾਲਾਂਕਿ ਚੂੰਕਿ ਅਸੀਂ ਉਹਨੂੰ ਚੰਗਾ ਅਤੇ ਮੰਦਾ ਕਹਿ ਰਹੇ ਹੁੰਦੇ, ਦੇਖੋ ਜੀ ਇੱਦਾਂ ਥੋੜ੍ਹਾ ਹੁੰਦਾ ਹੈ, ਇੱਦਾਂ ਥੋੜ੍ਹਾ ਹੁੰਦਾ ਹੈ, ਨਹੀਂ। ਪਰਿਭਾਸ਼ਾਵਾਂ 2-3 ਨਹੀਂ ਹੋ ਸਕਦੀਆਂ, ਪਰਿਭਾਸ਼ਾ ਇੱਕੋ ਹੀ ਹੁੰਦੀ ਹੈ। ਉਹਦੀ ਜੇ ਪਰਿਭਾਸ਼ਾ ਆਨੰਦ ਪਾਇਆ ਹੈ, ਅਤੇ ਫਿਰ ਜਿੱਥੇ ਵੀ ਆਨੰਦ ਹੈ ਉੱਥੇ ਉਹਦਾ ਕੋਈ ਅੰਸ਼ ਤਾਂ ਜ਼ਰੂਰ ਹੈ, ਔਰ ਹੋ ਸਕਦਾ ਹੈ ਉਹ ਅੰਸ਼, ਉਹਦਾ ਸਰੂਪ
ਸਾਨੂੰ ਸਮਝ ਆਇਆ ਕਿ ਨਹੀਂ ਆਇਆ, ਅਸੀਂ ਉਸ ਨੂੰ ਮੰਨ ਪਾਏ ਕਿ ਨਹੀਂ ਮੰਨ ਪਾਏ, ਇਹ ਸਾਡੀ ਤੁਹਾਡੀ ਗੱਲਾਂ ਰਹਿ ਜਾਣੀਆਂ ਨੇ। ਪਰ ਉਹ ਤਾਂ ਆਨੰਦ ਦਾ ਦਾਤਾ ਹੈ, ਉਹ ਤੇ ਆਨੰਦ ਵੰਡਦੇ ਨੇ, ਆਨੰਦ ਦਿੰਦੇ ਨੇ। ਜਿਹੜਾ ਵੀ ਜੁੜਦਾ ਹੈ ਉਹਨੂੰ ਆਨੰਦ ਮਿਲਦਾ ਹੈ। ਅੱਜ ਵੀ ਇਹ ਗੱਲਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ। ਉਹ ਅਲੱਖ ਹੈ, ਅਪਾਰ ਹੈ, ਅਗੰਮ ਹੈ, ਅਗੋਚਰ ਹੈ। ਨਾ ਤੇ ਕਾਲ ਹੈ ਤੇ ਨਾ ਕਰਮ ਹੈ, ਨਾ ਜਾਤ ਹੈ ਨਾ ਅਜਾਤ ਹੈ, ਨਾ ਜੂਨੀ ਹੈ ਨਾ ਉਸਤਤ ਹੈ, ਨਾ ਭਾਵ ਤੇ ਨਾ ਭਰਮ, ਕੁਛ ਵੀ ਤੇ ਨਹੀਂਗਾ। ਜਿਤਨੀਆਂ ਸੰਸਾਰ ਦੀਆਂ ਪਰਿਭਾਸ਼ਾਵਾਂ ਨੇ ਉਹਦੇ 'ਤੇ ਕੋਈ ਵੀ ਲਾਗੂ ਨਹੀਂ ਜੀ ਹੁੰਦੀ। ਜਿਤਨੇ ਵੀ ਸੰਸਾਰ ਦੇ ਪਦਾਰਥਵਾਦ ਦੇ ਤੇ ਰਿਸ਼ਤੇਵਾਦਾਂ ਦੇ ਨਿਯਮ ਕਾਨੂੰਨ ਨੇ ਪ੍ਰਮਾਤਮਾ ਤੇ ਵਾਹਿਗੁਰੂ ਜੀ 'ਤੇ ਕੋਈ ਵੀ ਲਾਗੂ ਨਹੀਂ ਹੁੰਦਾ। ਗੁਰੂ ਕਰਤੇ 'ਤੇ ਵੀ ਕੋਈ ਲਾਗੂ ਨਹੀਂ ਜੀ ਹੁੰਦਾ, ਕਿਉਂਕਿ ਗੁਰੂ ਪਰਮੇਸ਼ਰ ਇੱਕੋ ਹੀ ਹੈ। ਅਸੀਂ ਤੁਸੀਂ ਚੂੰਕਿ ਆਪਣੇ ਵਰਗੇ ਹਾਂ, ਇਸ ਕਰਕੇ ਆਪਣੇ ਗੁਰੂ ਪਰਮੇਸ਼ਰ ਕਰਤੇ ਨੂੰ ਆਪਣੇ ਵਰਗਾ ਹੀ ਬਣਾ ਕੇ ਪੂਜਦੇ ਹਾਂ। ਅਸੀਂ ਤਸੀਂ ਜਗਤ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੇ ਵਰਗਿਆਂ ਸਾਖੀਆਂ ਦੇ ਰਾਹੀਂ, ਆਪਣੇ ਵਰਗੇ ਸਰੂਪਾਂ ਦੇ ਰਾਹੀਂ ਪੂਜਣ ਤੇ ਉਲੀਕਣ ਦੀ ਕੋਸ਼ਿਸ਼ ਕਰਦੇ ਹਾਂ। ਹਾਂ, ਇਹ ਜੋ ਸਿੱਖਿਆ ਦਾ ਸੈਕਟਰ ਹੈ ਉਹਦੇ ਪ੍ਰਾਇਮਰੀ ਸੈਕਸ਼ਨ ਵਾਸਤੇ ਮਿਡਲ ਤੱਕ ਚੰਗਾ ਹੈ, ਮਿਡਲ ਤੱਕ ਠੀਕ ਹੈ। ਸਾਰੇ ਐਜੂਕੇਸ਼ਨ ਸੈਕਟਰ 'ਚ ਆਪ ਤੇ ਮੇਥੋਂ ਜ਼ਿਆਦਾ ਜਾਣਕਾਰ, ਵੱਡੇ ਅਹੁਦਿਆਂ 'ਤੇ ਵੱਡੀਆਂ ਡਿਗਰੀਆਂ ਮੰਨ ਕੇ ਆਏ ਹੋ। ਵਰਦੀਆਂ ਵੀ ਇੱਕ ਕਲਾਸ ਤੋਂ ਅੱਗੇ ਜਾ ਕੇ ਨਹੀਂ ਰਹਿੰਦੀ ਆ। ਡਰੈਸ ਕੋਡ ਵੀ ਸਕੂਲ ਲਾਈਨ ਤੋਂ ਜਾ ਕੇ ਮੁੱਕ ਜਾਂਦਾ ਹੈ, ਕਿਉਂਕਿ ਗਿਆਨ ਦਾ ਮੰਡਲ ਖੁੱਲ੍ਹ ਜਾਂਦਾ। ਯੂਨੀਵਰਸ ਜਿੱਥੇ ਆਰੰਭ ਹੋ ਜਾਂਦਾ, ਯੂਨੀਵਰਸਿਟੀ ਜਿੱਥੇ ਆਰੰਭ ਹੁੰਦੀ ਹੈ, ਉੱਥੇ ਡਰੈਸ ਵਰਦੀ ਟਾਈ ਮੁੱਕ ਜਾਂਦੀ। ਪਿੱਤੂ ਕਿ ਆਹ ਨਿੱਕੇ ਨਿੱਕੇ ਨਿਆਣੇ ਆਉਂਦੇ ਨੇ, ਸਾਰੇ ਵਿਚਾਰੇ ਵਰਦੀਆਂ ਪਾਈਆਂ, ਤਾਂ ਖੁਸ਼ੀ ਨਾਲ ਥੋੜ੍ਹਾ ਪਾਈਆਂ ਇਹਨਾਂ ਨੇ, ਮਜਬੂਰੀ ਹੈ। ਸਕੂਲ ਲਾਈਨ ਤੱਕ ਨੇ, ਸਕੂਲ ਲਾਈਨ ਤੱਕ ਹੀ ਨੇ ਬਸ। ਜਿਸ ਦਿਨ ਇਹਨਾਂ ਦਾ ਦਾਖਲਾ ਕਿਸੇ ਚੰਗੀ ਯੂਨੀਵਰਸਿਟੀ 'ਚ ਹੁੰਦਾ ਹੈ, ਉਸ ਦਿਨ ਫਿਰ ਇਹਨਾਂ ਦੇ ਉੱਤੇ ਡਰੈਸ ਕੋਡ ਵੀ ਨਹੀਂ ਰਹਿੰਦਾ। ਧਰਮਾਂ ਦਾ ਵੀ ਇੱਕ ਐਸਾ ਸਿਲਸਿਲਾ ਸਕੂਲ ਲਾਈਨ ਤੱਕ, ਜਿੱਥੇ ਹੀ ਇਹ ਤਮਾਮ ਵਰਦੀਆਂ ਕਾਇਮ ਨੇ। ਜਦੋਂ ਕਿਸੇ ਸੰਤ ਦਾ, ਕਿਸੇ ਗੁਰਮੁਖ ਦਾ ਦਾਖਲਾ ਪਰਮਾਰਥ ਦੇ ਉਤਲੇ ਮੰਡਲਾਂ 'ਚ ਹੁੰਦਾ, ਉਦੋਂ ਸਭ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਨੇ। ਆਸੇ ਸੁਰ ਠੁਰਾਕ ਵਿੱਚ ਅੱਗੇ ਜਾ ਕੇ ਸਾਨੂੰ ਮਿਲਣਾ ਹੈ, ਜੇ ਸਮਝ ਸਕਾਂਗੇ, ਪਕੜ ਸਕਾਂਗੇ। ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ। ਪਰਮਾਰਥ ਵਿੱਚ ਪ੍ਰਵੇਸ਼ ਕਰਨ ਵਾਸਤੇ ਤੁਹਾਨੂੰ ਕੋਈ ਨਵੇਂ ਸਿਸਟਮ ਨੂੰ ਫਾਲੋ ਕਰਨਾ ਪੈਣਾ ਹੈ। ਹਾਂ, ਅਧਿਆਤਮ ਸਿਸਟਮ ਅਲੱਗ ਹੈ। ਅਧਿਆਤਮ ਸਿਸਟਮ ਐਜ਼ ਪਰ ਏ ਸਕੂਲ ਸਿਸਟਮ। ਇੱਥੇ ਕਾਨੂੰਨ ਵੱਖਰੇ ਨੇ, ਇੱਥੇ ਨਾਂ ਵੱਖਰੇ ਨੇ, ਇੱਥੇ ਬੋਰਡ ਵੱਖਰੇ ਨੇ। ਜਿਵੇਂ ਪੰਜਾਬੀ ਬੋਰਡ ਹੈ ਜੀ, CBSE ਹੈ ਜੀ, ICSE ਬੋਰਡ ਹੈ, UP ਬੋਰਡ, ਫਲਾਣਾ ਬੋਰਡ, ਜਿੰਨੀਆਂ ਸਟੇਟਾਂ ਉਨੇ ਹੀ ਬੋਰਡ। ਪਰ ਯੂਨੀਵਰਸਿਟੀ ਦਾ ਕੋਈ ਬੋਰਡ ਨਹੀਂ ਹੁੰਦਾ, ਉਹਦੇ ਆਪਣਾ ਕੰਮ ਹੁੰਦਾ ਹੈ। ਇਸੇ ਤਰ੍ਹਾਂ ਅਧਿਆਤਮ ਦੇ ਆਪਣੇ ਆਪਣੇ ਧਰਮ ਨੇ। ਸਾਡੀ ਆਹ ਮਰਿਆਦਾ, ਤੁਹਾਡੀ ਆਹ ਮਰਿਆਦਾ, ਉਹਦੀ ਆਹ ਮਰਿਆਦਾ, ਉਹਦੀ ਆਹ ਮਰਿਆਦਾ। ਪਰ ਜਦੋਂ ਕੋਈ ਇਹਨਾਂ ਸਰਕਲਾਂ ਤੋਂ ਪਰਮਾਰਥ ਪ੍ਰਵੇਸ਼ ਕਰ ਜਾਂਦਾ ਹੈ, ਗੁਰਮੁਖ ਸੰਤ, ਅਤੇ ਫਿਰ ਉਹਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਮਿਟ ਜਾਂਦਾ ਹੈ। ਉਹ ਫਿਰ ਕਹਿੰਦਾ, ਬਿਸਰ ਗਈ ਸਭ ਤਾਤ ਪਰਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਕਲ ਸੰਗ ਹਮ ਕੋ ਬਣਿਆਈ। ਜਿੰਨਾ ਚਿਰ ਉਰਲੇ ਸੈਕਟਰ 'ਚ ਹੁੰਦਾ ਹੈ, ਉਦੋਂ ਤੱਕ ਕਹਿੰਦਾ ਤੇਰਾ ਧਰਮ ਤੇ ਮੇਰਾ ਧਰਮ, ਤੇਰਾ ਧਰਮ ਮੰਦਾ ਹੈ, ਮੇਰਾ ਚੰਗਾ ਹੈ। ਫਿਰ ਹਰ ਕੋਈ ਜੀ ਆਪਣੇ ਆਪਣੇ ਧਰਮ ਨੂੰ ਚੰਗਾ ਦੱਸ ਰਿਹਾ। ਇਸੇ ਉਰਲੇ ਸੈਕਟਰ ਦੇ ਵਿੱਚ ਹੀ ਲੋਕ ਧਰਮ ਦੇ ਨਾਂ 'ਤੇ ਸਿਰ ਕੱਟਦੇ ਨੇ, ਸਿਰ ਪਾੜਦੇ ਨੇ, ਲੋਕਾਂ ਦੇ ਘਰ ਸਾੜਦੇ ਨੇ, ਮੰਦਰ ਟੁੱਟਦੇ ਨੇ, ਮਸੀਤਾਂ ਸੜਦੀਆਂ ਨੇ, ਗੁਰਦੁਆਰੇ ਨੂੰ ਅੱਗਾਂ ਲੱਗਦੀਆਂ ਨੇ। ਪਰ ਅਗਲੇ ਪਾਸੇ ਜਾ ਕੇ ਤਾਂ ਕੁਛ ਵੀ ਨਹੀਂ ਗਾ। ਉੱਥੇ ਕੁਛ ਵੀ ਤੇ ਨਹੀਂ, ਉੱਥੇ ਸਭ ਕੁਛ ਹੈ। ਉੱਥੇ ਇੱਕੋ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਾਇਆ ਚਿੱਤਰ ਬਚਿੱਤਰ ਬਿਮੋਹਤ, ਬਿਰਲਾ ਪੂਜੇ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹੀ ਗੱਲ ਸਾਨੂੰ ਸਮਝਾਉਣ। ਉੱਥੇ ਕੋਈ ਭਾਵ ਭਰਮ ਨਹੀਂ ਹੈ। ਉੱਥੇ ਨਾ ਤਿਸ ਮਾਤ ਪਿਤਾ ਸੁਤ ਬੰਧਪ, ਨਾ ਤਿਸ ਕਾਮ ਨਾਰੀ, ਨਾ ਮਾਤਾ ਨਾ ਪਿਤਾ, ਨਾ ਭੈਣ ਨਾ ਭਰਾ, ਨਾ ਧੀ ਨਾ ਪੁੱਤਰ, ਨਾ ਪਤੀ ਨਾ ਪਤਨੀ, ਕੁਛ ਵੀ ਤੇ ਨਹੀਂ। ਬਸ ਉਹ ਹੈ, ਉਹ ਹੈ। ਅਕੁਲ ਨਿਰੰਜਨ ਪਰ ਪਰੰਪਰ। ਅਕੁਲ ਕਹਿੰਦੇ ਕੁੱਲ ਖਾਨਦਾਨ ਕੋਈ ਨਹੀਂ, ਉਹਦਾ ਕੋਈ ਖਾਨਦਾਨ ਨਹੀਂ, ਕਿਸੇ ਨੂੰ ਬੰਨ੍ਹ ਨਹੀਂ ਸਕਦੇ ਨੂੰ। ਅਪਰ ਹੈ, ਪਰੰਪਰਾ, ਪਰੇ ਤੋਂ ਪਰੇ। ਪਰ ਇੱਕ ਚੀਜ਼ ਹੈ, ਸਗਲੀ ਜੋਤ ਤੁਮਾਰੀ ਹੈ। ਕੁਛ ਵੀ ਪਰਿਭਾਸ਼ਿਤ ਨਹੀਂ ਕਰ ਸਕਦੇ, ਪਰ ਸਭ ਕੁਛ ਉਹੀ ਹੈ।
ਤੇ ਬੜਾ ਪਿਆਰਾ ਜਿਹਾ ਬਚਨ ਪਾਠ ਕਰਦਿਆਂ ਆਪਣੇ ਪੜ੍ਹਿਆ ਹੋਣਾ, ਸਭ ਕਿਛ ਤੂੰ ਹੈ ਮੇਰੇ ਪਿਆਰੇ। ਪਵਨ ਬਾਣੀ 'ਚ ਬੜਾ ਪਿਆਰਾ ਬਚਨ ਹੈ ਨਾ, ਸਭ ਕਿਛ ਤੂੰ ਹੈ ਮੇਰੇ ਪਿਆਰੇ। ਹੁਣ ਤੂੰ ਕੀ ਕਰਾਂ, ਤੇਰੀ ਕੁਦਰਤ ਕਉ ਬਲ ਜਾਏ ਜੀਵੋ। ਆ ਕੁਦਰਤ ਕਰਕੇ ਵਸਿਆ ਸੋਏ। ਕੁਦਰਤ ਦੇ ਰੰਗ ਬੜੇ ਬੇਅੰਤ ਨੇ, ਇਹਨਾਂ ਦੇ ਵਿੱਚ ਆਪ ਹੈ। ਅਗਲੀ ਗੱਲ ਆਪਾਂ ਅੱਜ ਸਮਝਣੀ, ਘਟ ਘਟ ਅੰਤਰ ਬ੍ਰਹਮ ਲੁਕਾਇਆ। ਘਟ ਦਾ ਭਾਵ ਹੈ ਹਿਰਦਾ। ਆ ਬੜਾ ਪਿਆਰਾ ਜਿਹਾ ਬਚਨ, ਸਰਲ ਹੈ। ਘਟ ਘਟ ਮੈਂ ਹਰ ਜੂ ਵਸੈ। ਹਰ ਹਿਰਦੇ ਦੇ ਵਿੱਚ ਪਰਮਾਤਮਾ ਹੈ। ਪਹਿਲਾਂ ਹੈ ਕਿੱਥੇ, ਸਾਨੂੰ ਤਾਂ ਨਜ਼ਰ ਨਹੀਂ ਆਇਆ, ਅੱਜ ਦੱਸਦੇ ਨਹੀਂ ਪਤਾ ਕਿੱਥੇ ਲੁਕਾਇਆ, ਲੁਕਾ ਕੇ ਰੱਖ ਦਿੱਤਾ। ਜਿਵੇਂ ਕਈ ਵਾਰ ਅਸੀਂ ਕੁਝ ਚੀਜ਼ਾਂ ਆਪਣੇ ਘਰ ਵਿੱਚ ਲੁਕਾ ਕੇ ਰੱਖ ਦਿੰਦੇ ਹਾਂ। ਕੋਈ ਕੀਮਤੀ ਸ਼ੈ ਹੋਵੇ ਤਾਂ ਕੀ ਕਰਦੇ ਹੋ, ਰੜੇ ਮੈਦਾਨ ਵਿਹੜੇ 'ਚ ਰੱਖ ਛੱਡਦੇ ਹੋ? ਨਹੀਂ, ਲੁਕਾ ਲੈਂਦੇ ਹੋ। ਕਿਉਂ ਲੁਕਾਉਂਦੇ ਹੋ ਭਾਈ? ਕਿਤੇ ਨਿਆਣ ਸਿਆਣ ਦੇ ਹੱਥ ਨਾ ਜੇ ਗਵਾ ਨਾ ਦੇਵੇ। ਐਵੇਂ ਕੋਈ ਆਂਢੀ ਗੁਆਂਢੀ ਨਿਆਣਾ ਆ ਗਿਆ ਚੁੱਕ ਕੇ ਬਾਹਰ ਲੈ ਜਾਏਗਾ, ਚੋਰੀ ਨਹੀਂ ਕਰੇਗਾ, ਖੇਡਦਾ ਖੇਡਦਾ ਲੈ ਜਾਏਗਾ। ਬੱਚਿਆਂ ਦੇ ਹੱਥ ਆ ਗਏ ਗਵਾ ਦੇਣਗੇ। ਇਸ ਕਰਕੇ ਕੀਮਤੀ ਸ਼ੈ ਨੂੰ ਤੁਸੀਂ ਲੁਕਾ ਲੈਂਦੇ ਹੋ। ਗਲਤੀ ਪਤਾ ਕਦੋਂ ਹੁੰਦੀ ਹੈ? ਜਦੋਂ ਅਸੀਂ ਕੀਮਤੀ ਸ਼ੈ ਨੂੰ ਲੁਕਾ ਤੇ ਲੈਂਦੇ ਹਾਂ, ਫਿਰ ਕਈ ਸਾਲ ਜਦੋਂ ਉਹਦੀ ਵਰਤੋਂ ਨਹੀਂ ਹੁੰਦੀ ਤੇ ਭੁੱਲ ਜਾਂਦੇ ਰੱਖਿਆ ਕਿੱਥੇ ਸੀ। ਬਹੁਤੇ ਘਰਾਂ 'ਚ ਅਕਸਰ ਅਸੀਂ ਦੇਖਦੇ ਹਾਂ, ਫਿਰ ਸੰਦੂਕ ਤੇ ਟਰੰਕ ਫੋਲੇ ਜਾ ਰਹੇ ਨੇ। ਕਿਉਂ? ਫਲਾਣੇ 'ਚ ਪਤਾ ਨਹੀਂ ਕਿੱਥੇ ਰੱਖ ਬੈਠੇ ਆ। ਕੀਮਤੀ ਬੜੀ ਸ਼ੈ ਸੀ, 5-7 ਸਾਲ ਹੋ ਗਏ ਵਰਤਿਆ ਨਹੀਂ, ਹੁਣ ਪਤਾ ਹੀ ਨਹੀਂ ਕਿੱਥੇ ਰੱਖ ਬੈਠੇ। ਹੈ ਘਰ ਵਿੱਚ, ਹੈ ਸਾਡੇ ਕੋਲ, ਪਰ ਭੁੱਲ ਗਏ ਆ। ਇਸੇ ਤਰ੍ਹਾਂ ਸਾਡੇ ਸਭ ਦੇ ਹਿਰਦੇ 'ਚ ਕਰਤਾ ਪੁਰਖ ਨੇ ਪ੍ਰਮਾਤਮਾ ਹੀ ਨਾਮ ਦਿੱਤਾ ਹੈ, ਲੁਕਾ ਦਿੱਤਾ ਹੈ ਤੇ ਭੁੱਲ ਗਏ ਆ। ਲੁਕਾਇਆ ਕਿਹਦੇ ਵਿੱਚ ਸੀ? ਅਸੀਂ ਘਰ 'ਚ ਪਰਦੇ ਪਾ ਦਿੰਦੇ ਹਾਂ, ਦੁਨੀਆ ਭਰ ਦੇ ਕੱਪੜੇ ਟੱਕ। ਜਿਸ ਪੱਧਰ ਦਾ ਘਰ ਦਾ ਸਾਜੋ ਸਮਾਨ ਬਣਤਰ ਹੁੰਦੀ ਹੈ, ਉਹ ਜੀ ਉਸੇ ਤਰੀਕੇ ਨਾਲ ਉਹਨੂੰ ਲੁਕਾਉਂਦਾ ਹੈ। ਕੋਈ ਭਾਈ ਨੂੰ ਲੀੜੇ ਕੱਪੜਿਆਂ 'ਚ ਲੁਕਾ ਕੇ ਰੱਖ ਲੈਂਦਾ, ਕੋਈ ਦਾਣੇ ਦੇ ਮੱਟਾਂ 'ਚ ਲੁਕਾ ਕੇ ਰੱਖ ਲੈਂਦਾ ਹੋਏਗਾ। ਅੱਜ ਕੱਲ੍ਹ ਹੈ ਭਾਈ ਕੋਈ ਆਪਣੇ ਲੋਕਰ 'ਚ ਲੁਕਾ ਕੇ ਰੱਖ ਲੈਂਦਾ। ਗਲਤੀ ਲੁਕਾਉਣ ਦੀ ਹੈ ਨਾ, ਉਹ ਪਰਦੇ ਪਾ ਲੈਂਦਾ ਹੈ। ਮਹਾਰਾਜ ਕਹਿਣ ਲੱਗੇ ਅਸੀਂ ਲੁਕਾਉਣ ਦੀ ਕੋਸ਼ਿਸ਼ ਕਰਦੇ ਜੀਵਾਤਮਾ ਦੇ ਸਾਸਾਂ ਉੱਤੇ ਮਾਇਆ ਦੇ ਪਰਦੇ ਪੈ ਗਏ। ਘਟ ਘਟ ਅੰਤਰ ਬ੍ਰਹਮ ਲੁਕਾਇਆ। ਰੱਖਿਆ ਤੇ ਲੁਕਾ ਕੇ ਸੀ, ਪਰ ਪੈ ਗਏ ਉੱਤੇ ਮਾਇਆ ਦੇ ਇੰਨੇ ਪੜਤੇ ਕਿ ਹੁਣ ਪਤਾ ਹੀ ਨਹੀਂ ਗਿਆ ਰੱਖ ਕਿੱਥੇ ਬੈਠੇ ਆ। ਸਾਨੂੰ ਗਿਆਨੀ ਭਗਤ ਸੰਤ ਜਨ ਕਹਿੰਦੇ ਨੇ, ਭਾਈ ਤੇਰੇ ਹਿਰਦੇ 'ਚ ਵਾਹਿਗੁਰੂ ਜੀ ਦਾ ਨਾਮ ਹੈ, ਤੇਰੇ ਹਿਰਦੇ 'ਚ ਵਾਹਿਗੁਰੂ ਜੀ ਦੀ ਜੋਤ ਹੈ। ਆ ਕਦੇ ਸੋਚਿਆ ਹੋਣਾ ਨਾ ਆਪਾਂ ਠੰਡੇ ਦਿਮਾਗ ਵੀ ਸਾਰੇ ਕਹਿੰਦੇ ਨੇ ਮੇਰੇ ਹਿਰਦੇ 'ਚ ਵਾਹਿਗੁਰੂ ਜੀ ਦਾ ਨਾਮ ਹੈਗਾ। ਮਹਾਰਾਜ ਕਹਿੰਦੇ ਨੇ ਹਿਰਦੇ 'ਚ ਅੰਤਰ ਅੰਮ੍ਰਿਤ ਪਾਖੂ ਭਰਿਆ, ਪਰ ਮੈਨੂੰ ਪਤਾ ਤਾਂ ਲੱਗਦਾ ਹੀ ਕੋਈ ਨਹੀਂ। ਕਿੰਨਿਆਂ ਕੁ ਨੂੰ ਪਤਾ ਲੱਗਾ ਹੈ? ਕਿਤਨੇ ਕੁ ਐਸੇ ਜੀ ਨੇ ਜਿਹੜੇ ਕਹਿਣ ਵੀ ਹਾਂ ਮੈਂ ਲੰਬਾ ਸਾਹ ਲੈਣਾ ਤੇ ਮੈਨੂੰ ਅੰਤਰ ਅੰਮ੍ਰਿਤ ਦਾ ਸਵਾਦ ਆਉਂਦਾ ਹੈ। ਅੰਮ੍ਰਿਤ ਕੁੰਟ ਦਾਨ ਪਰ ਨਹੀਂ ਹੁੰਦਾ ਨਾ। ਅਸੀਂ ਗਿਆਨ 'ਚ ਜਾਣਦੇ ਹਾਂ, ਪਤਾ ਕਿਉਂ? ਲੁਕ ਗਿਆ, ਪਤਾ ਹੀ ਨਹੀਂ ਕਿੱਥੇ ਹੈ। ਮੇਰਾ ਪਿਆਰਾ ਪਾਵਨ ਬਾਣੀ 'ਚ ਇੱਕ ਬਚਨ ਹੈ, ਅੰਦਰ ਕਿਵੇਂ ਕਿਸ ਤਰੀਕੇ ਨਾਲ ਲੁਕਿਆ ਹੋਇਆ। ਅੰਦਰ ਸਮਝਣਾ ਹੋਵੇ ਨਾ, ਸਾਡੇ ਅੰਦਰ ਤੇ ਕਿਵੇਂ ਪ੍ਰਮਾਤਮਾ ਕਿਸ ਸਰੂਪ ਦੇ ਵਿੱਚ ਹੈ, ਸਾਨੂੰ ਕਿਉਂ ਨਹੀਂ ਨਜ਼ਰ ਆ ਰਿਹਾ। ਹੁਣ ਤੇ ਸਿਲਸਿਲਾ ਥੋੜ੍ਹਾ ਬਦਲ ਗਿਆ ਹੈ, ਕਿਉਂਕਿ ਮਹਾਰਾਜ ਨੇ ਉਦਾਹਰਣ ਉਹ ਵਰਤੇ ਨੇ ਜੋ ਉਦੋਂ ਵਰਤੇ ਜਾਂਦੇ ਸੀ। ਹੁਣ ਚੂੰਕਿ ਘੜੇ ਨਹੀਂ ਵਰਤੇ ਜਾਂਦੇ, ਪਰ ਮਹਾਰਾਜ ਦੇ ਵਕਤ ਤੇ ਪਾਣੀ ਘੜਿਆਂ 'ਚ ਹੀ ਰੱਖਿਆ ਜਾਂਦਾ ਸੀ, ਇਸ ਕਰਕੇ ਉਦਾਹਰਣ ਘੜਿਆਂ ਦੇ ਵਰਤੇ। ਹੁਣ ਉਹਨਾਂ ਨੇ ਫਰਿੱਜਾਂ ਥੋੜ੍ਹਾ ਵਰਤਣੀਆਂ, ਉਦੋਂ ਤਾਂ ਫਰਿੱਜਾਂ ਸੀਗੀਆਂ ਹੀ ਨਹੀਂ। ਮਹਾਰਾਜ ਨੇ ਹੱਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ। ਨਿਤਰਿਆ ਹੋਇਆ ਸਮਾਨ ਹੋਵੇ ਤੇ ਚੰਦਰਮਾ ਚਮਕ ਰਿਹਾ ਹੋਵੇ, ਸਾਡੇ ਵਿਹੜੇ ਤੋਂ 2-4 ਘੜਿਆਂ 'ਚ ਪਾਣੀ ਭਰਿਆ ਹੋਵੇ ਤੇ ਵੇਖੀਏ ਪਾਣੀ ਘੜੇ 'ਚ ਚੰਦਰਮਾ ਹੈਗਾ ਹੋਏਗਾ, ਪਰ ਕਿਹੜੇ ਘੜੇ 'ਚੋਂ ਨਜ਼ਰ ਆਏਗਾ? ਜਿਸ ਦਾ ਪਾਣੀ ਨਿਤਰਿਆ ਹੋਏਗਾ, ਜਿਸ ਦਾ ਪਾਣੀ ਟਿਕਿਆ ਹੋਇਆ ਹੋਏਗਾ। ਜੇ ਅਸੀਂ ਘੜੇ ਨੂੰ ਹਿਲਾ ਦਿੰਦੇ ਹਾਂ ਤੇ ਚੰਦਰਮਾ ਗਾਇਬ ਹੋ ਜਾਂਦਾ ਹੈ। ਜਿਤਨਾ ਘੜਾ ਟਿਕ ਜਾਏਗਾ, ਪਾਣੀ ਲਹਿਰਾਂ ਤੋਂ ਟਿਕ ਜਾਏਗਾ, ਓਨਾ ਘੜਾ ਸ਼ਾਂਤ ਹੈ ਤੇ ਚੰਦਰਮਾ ਪ੍ਰਗਟ ਹੈ। ਤੇ ਜੇ ਅਸੀਂ ਘੜਾ ਹਿਲਾ ਬੈਠੇ, ਉਹਦੇ 'ਚ ਛੱਲਾਂ ਪੈ ਗਈਆਂ ਤੇ ਚੰਦਰਮਾ ਖੋ ਗਿਆ। ਤੇ ਜੇ ਕੋਈ ਮੇਰੀ ਵਰਗਾ ਨਾਦਾਨ ਉਹਦੇ 'ਚ ਹੱਥ ਪਾ ਕੇ ਘੜੇ 'ਚੋਂ ਚੰਦਰਮਾ ਕੱਢਣਾ ਚਾਹੇ ਤੇ ਨਹੀਂ ਕੱਢ ਪਾਏਗਾ। ਘੜੇ ਵਿੱਚ ਚੰਦਰਮਾ ਦਿਸੇਗਾ, ਪਰ ਉਦੋਂ ਦਿਸੇਗਾ ਜਦੋਂ ਘੜੇ ਦਾ ਪਾਣੀ ਸ਼ਾਂਤ ਹੋਏਗਾ, ਘੜਾ ਟਿਕਿਆ ਹੋਏਗਾ।
ਤੇ ਪੰਜਾਬੀ 'ਚ ਜਿਹਨੂੰ ਆਪਾਂ ਘੜਾ ਕਹਿੰਦੇ ਹਾਂ, ਇਹੀ ਬਰਤਨ, ਐਸੀ ਹੀ ਬਣਤਰ ਦਾਰਸ਼ਨਿਕ ਲੋਕ ਸਾਡੇ ਚਿੱਤ ਦੀ ਮੰਨਦੇ ਨੇ। ਗੁਰਬਾਣੀ 'ਚ ਚਿੱਤ ਘੱਟ ਸ਼ਬਦ ਵਰਤਿਆ, ਹਾਲਾਂਕਿ ਬਹੁਤ ਵਾਰ ਵਰਤਿਆ। ਚਿੱਤ ਚਰਨ ਕਮਲ ਕਾਸਰਾ ਬਹੁਤ ਵਾਰ ਕਿਹਾ, ਚਿੱਤ ਸਿਮਰਨ ਕਰੋ ਕਿਹਾ ਗਿਆ। ਉਸ ਚਿੱਤ ਨੂੰ ਘੱਟ ਵੀ ਕਹਿੰਦੇ ਨੇ। ਘੱਟ 'ਚ ਕਿਹਾ ਨਾ, ਚਿੱਤ ਵਿੱਚ ਕਿਹਾ। ਜੇ ਘੜੇ 'ਚੋਂ ਚੰਦਰਮਾ ਦੇਖਣਾ ਹੈ ਤੇ ਘੜੇ ਨੂੰ ਟਿਕਾ ਕੇ ਰੱਖਣਾ ਪੈਣਾ ਹੈ। ਪਹਿਲੀ ਗੱਲ, ਘੜੇ ਨੂੰ ਭਰ ਕੇ ਵੀ ਰੱਖਣਾ ਪੈਣਾ, ਪਰ ਭਰਨਾ ਵੀ ਦਾਣਿਆਂ ਨਾਲ ਨਹੀਂ, ਪਾਣੀ ਨਾਲ ਭਰਨਾ ਪੈਣਾ। ਜੇ ਘੜੇ 'ਚੋਂ ਚੰਦਰਮਾ ਦੇਖਣਾ ਹੈ ਤੇ ਘੜੇ ਨੂੰ ਭਰਨਾ ਪੈਣਾ ਹੈ, ਘੜੇ ਨੂੰ ਟਿਕਾਉਣਾ ਪੈਣਾ ਹੈ, ਤਦ ਘੜੇ 'ਚੋਂ ਚੰਦਰਮੇ ਦੇ ਦਰਸ਼ਨ ਹੋਣਗੇ। ਇਸੇ ਤਰ੍ਹਾਂ ਜੇ ਅਸੀਂ ਆਪਣੇ ਘਟ 'ਚੋਂ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਤੇ ਹਿਰਦੇ ਨੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਕਿਰਪਾ ਜਲ ਦੇ ਨਾਲ ਭਰਨਾ ਪੈਣਾ ਹੈ, ਇਸ ਨੂੰ ਸ਼ਾਂਤ ਕਰਨਾ ਪੈਣਾ ਹੈ, ਤੇ ਫਿਰ ਇਸ ਹਿਰਦੇ ਵਿੱਚੋਂ ਸਾਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ। ਤੇ ਭਾਈ ਉਸ ਨੂੰ ਹੱਥ ਪਾ ਕੇ ਪਕੜਿਆ ਨਹੀਂ ਜਾ ਸਕਦਾ ਵੀ ਕੋਈ ਨਿਆਣਾ ਕਹੇ ਆਹ ਦੇਖੋ ਜੀ ਚੰਦਰਮਾ ਦਿਸਦੇ ਪਿਆ ਫੜ ਲਵਾਂ, ਨਹੀਂ, ਪਕੜਿਆ ਨਹੀਂ। ਲੁਕਿਆ ਹੋਇਆ ਸਾਡੇ ਹਿਰਦੇ ਦੇ ਪਰਦਿਆਂ ਦੇ ਵਿੱਚ। ਇਸੇ ਪਰਦੇ ਨੂੰ ਗੁਰਬਾਣੀ 'ਚ ਕੂੜਾ ਕੀ ਪਾਲ ਕਿਹਾ ਗਿਆ। ਅਸੀਂ ਪਹਿਲੀਆਂ ਤੁਕਾਂ 'ਚ ਨਾ, ਕਿਵ ਕੂੜਾ ਟੁੱਟੇ ਪਾਲੋ। ਕੂੜਾ ਕੀ ਪਾਲ ਕੀਏ? ਇਹੀ ਸਾਡੇ ਅੰਦਰ ਦੇ ਅਗਿਆਨਤਾ ਦੇ ਪਰਦੇ, ਮਾਇਆ ਦੇ ਪਰਦੇ, ਭਰਮ ਦੇ ਪਰਦੇ, ਬੜੇ ਨਾਵਾਂ ਨੂੰ ਜਾਣਦੇ। ਹਾਲਾਂਕਿ ਹੌਲੀ ਹੌਲੀ ਸਮਝੀਏ, ਅਗਿਆਨਤਾ ਦਾ ਪਰਦਾ, ਭਰਮ ਦਾ ਪਰਦਾ, ਕੂੜ ਕਾ ਪਰਦਾ, ਸਾਰੇ ਅਲੱਗ ਅਲੱਗ ਹੁੰਦੇ ਨੇ। ਜਿਵੇਂ ਤੈਅ ਹੁੰਦੀਆਂ ਨਾ, ਅਸੀਂ ਕਦੇ ਕਦੇ ਦੇਖਦੇ ਹਾਂ ਕਿ ਇੱਕ ਕੱਪੜਾ 2 3 ਇਕੱਠੇ ਕਰਕੇ ਸੀਂ ਦਈਏ ਤੇ ਕਈ ਤੈਹਾਂ ਹੋ ਗਈਆਂ, ਮਜ਼ਬੂਤ ਹੋ ਗਈਆਂ। ਭਈ ਹੈ, ਸਾਨੂੰ ਪਤਾ ਨਾ, ਅਸੀਂ ਕਈ ਤੈਹਾਂ ਲਗਾ ਦਿੱਤੀਆਂ। ਇਸੇ ਤਰ੍ਹਾਂ ਕਈ ਤੈਹਾਂ ਲੱਗਦੀਆਂ ਨੇ। ਅਗਿਆਨਤਾ ਦਾ ਪਰਦਾ ਹੈ, ਭਰਮ ਦਾ ਪਰਦਾ ਹੈ, ਕੂੜ ਦਾ ਪਰਦਾ ਹੈ, ਸਾਡੇ ਵਿਕਾਰਾਂ ਦੇ ਪਰਦੇ ਨੇ। ਇੱਕ ਇੱਕ ਪਰਦਾ ਕਰਕੇ ਇਸ ਨੂੰ ਚੁੱਕਣਾ ਪੈਣਾ, ਪਰਦੇ ਖੁੱਲ੍ਹਣੇ ਪੈਣੇ ਨੇ। ਮਹਾਰਾਜ ਕਹਿਣਗੇ ਇਹਨਾਂ ਦੇ ਵਿੱਚ ਅੰਤਰ, ਘਟ ਅੰਤਰ ਬ੍ਰਹਮ ਲੁਕਾਇਆ, ਘਟ ਜੋਤ ਸਬਾਈ। ਲੁਕਿਆ ਹੋਇਆ ਜ਼ਰੂਰ ਹੈ, ਪਰ ਫਿਰ ਵੀ ਉਹਦੀ ਜੋਤ ਅੰਦਰ ਬੁੱਝੀ ਨਹੀਂ ਹੈ। ਉਹ ਫਿਰ ਵੀ ਦਮਕਦਾ ਹੈ, ਫਿਰ ਵੀ ਚਮਕਦਾ ਹੈ। ਜਰਾ ਕੁ ਕਿਸੇ ਪਾਸਿਓਂ ਪਰਦਾ ਪੱਟ ਜੇ ਤਾਂ ਚਮਕ ਪੈਦਾ ਹੁੰਦੀ ਹੈ। ਅਸੀਂ ਕਦੇ ਕਦੇ ਵੇਖਿਆ, ਹੁਣ ਗੁਰਬਾਣੀ 'ਚ ਬੜਾ ਬਾਰੀਕ ਜਿਹਾ ਸੂਤਰ ਹੈ। ਹੁਣ ਕਦੇ ਕਦੇ ਵੇਖਣ ਨੂੰ ਮਿਲਦਾ, ਜਦੋਂ ਲੌਂਗ ਡਰਾਈਵ 'ਤੇ ਰਾਤ ਜਾਈਏ ਨਾ, ਦੂਰ ਕਿਤੇ ਲਾਈਟ ਨਜ਼ਰ ਆਉਂਦੀ ਹੁੰਦੀ ਹੈ। ਹੁਣ ਤਾਂ ਥੋੜ੍ਹਾ ਜਿਹਾ ਬਿਜਲੀ ਚਾਲਣਾ ਵਾ ਦੂਜੇ ਢੰਗ ਦਾ ਹੋ ਗਿਆ, ਨਹੀਂ ਤਾਂ ਸੜਕਾਂ ਤੋਂ ਘਰ ਨੂੰ ਇਹਨਾਂ ਲੋਕ ਦੂਰ, ਹੁਣ ਅੰਦਰ ਦੀਵਾ ਜਗਦਾ ਹੋਵੇ, ਬਲਬ ਜਗਦਾ ਹੋਵੇ, ਅਤੇ ਦਰਵਾਜ਼ੇ ਭਾਵੇਂ ਬੰਦ ਵੀ ਹੋਣ, ਝੀਤਾਂ ਦੇ ਰਸਤੇ ਚਾਨਣਾ ਬਾਹਰ ਦੱਸਦਾ ਵੀ ਅੰਦਰ ਲਾਈਟ ਹੈ। ਦਰਵਾਜ਼ੇ ਬੰਦ ਵੀ ਕਰ ਲਈਏ, ਰੋਸ਼ਨਦਾਨਾਂ ਤੋਂ, ਖਿੜਕੀਆਂ ਦੇ ਝੀਤਾਂ 'ਚੋਂ ਪਤਾ ਲੱਗ ਜਾਂਦਾ ਕਿ ਅੰਦਰ ਪ੍ਰਕਾਸ਼ ਹੈ। ਇਸੇ ਤਰ੍ਹਾਂ ਸਾਨੂੰ ਸਾਹ ਆਉਂਦਾ ਹੈ, ਸੁਣਦੇ ਹਾਂ, ਬੋਲਦੇ ਹਾਂ, ਹੱਸਦੇ ਹਾਂ, ਖੁਸ਼ੀਆਂ ਮੰਨਦੇ ਹਾਂ। ਇਹਦਾ ਮਤਲਬ ਕਿ ਸਾਡੇ ਤੁਹਾਡੇ ਅੰਦਰ ਉਹ ਹੈ। ਜਿਹਦੇ ਅੰਦਰ ਨਹੀਂ ਹੁੰਦਾ ਨਾ, ਉਹ ਨਾ ਸੁਣਦਾ ਜੇ, ਨਾ ਬੋਲਦਾ ਜੇ, ਨਾ ਖੁਸ਼ੀਆਂ ਮੰਨਦਾ ਜੇ, ਨਾ ਸਾਹ ਲੈਂਦਾ ਜੇ, ਨਾ ਹਿੱਲਦਾ ਜੇ, ਨਾ ਡੁੱਲਦਾ ਜੇ, ਕੁਛ ਨਹੀਂ ਜੀ ਕਰਦਾ। ਫਿਰ ਅਸੀਂ ਚੁੱਕ ਕੇ ਸਾੜ ਆਉਂਦੇ ਉਹਨੂੰ, ਜਦੋਂ ਵਿੱਚੋਂ ਆਪ ਨਿਕਲ ਜਾਂਦਾ ਹੈ। ਜਿੰਨਾ ਚਿਰ ਆਪਣੀ ਜੋਤ ਰੱਖਦਾ ਹੈ, ਉਹਨਾਂ ਚਿਰ ਅਸੀਂ ਬੋਲਦੇ ਵੀ ਹਾਂ। ਇੱਕ ਖਿੜਕੀ ਪਤਾ ਲੱਗਦਾ ਅੰਦਰ ਹੈਗਾ ਏ, ਸੁਣਦੇ ਹਾਂ ਪਤਾ ਲੱਗਦਾ ਅੰਦਰ ਦੀਵਾ ਜਗਦਾ ਏ, ਸਾਹ ਲੈਂਦੇ ਹਾਂ, ਹਿਲਜੁਲ ਹੈ, ਗੁੱਸਾ, ਨਾਰਾਜ਼ਗੀ, ਭੈਣ ਭਰਾਵਾਂ ਨਾਲ ਖਿਜ ਕਰਦੇ, ਸਭ ਕੁਝ ਹੈ। ਪਰ ਇਹ ਚੇਤਨਾ ਦੀ ਖਿੜਕੀ ਹੈ, ਪਤਾ ਇਹਦੇ ਅੰਦਰ ਚੇਤਨਾ ਹੈਗੀ। ਅਤੇ ਆਪਣੀ ਜੋਤ ਖਿੰਚੈ ਤੂੰ ਸੁਆਮੀ। ਅਤੇ ਇਹ ਸੱਚੇ ਪਾਤਸ਼ਾਹ, ਜਦੋਂ ਤੁਸੀਂ ਆਪਣੀ ਜੋਤ ਖਿੱਚ ਲੈਂਦੇ ਹੋ, ਫਿਰ ਹੁਣ ਦੱਸੋ, ਜਾਂ ਹੁਣ ਬੋਲ ਸਕੇ, ਸੁਣਾ ਸਕੇ, ਕਥਾ ਕਰ ਸਕੇਗਾ? ਨਹੀਂ ਕਰ ਪਾਏਗਾ। ਕਈ ਵਾਰ ਵੇਖਿਆ ਹੋਣਾ, ਹੁਣ ਤਾਂ ਵੀਡੀਓ 'ਚ ਆਪਾਂ ਨੂੰ ਕਈ ਵਾਰ ਦੇਖਦੇ ਹਾਂ, ਬਾਣੀ ਪੜ੍ਹਦੇ ਤੁਕ ਨਹੀਂ ਪੂਰੀ ਕਰ ਪਾਉਂਦੇ ਕਿ ਜੋਤ ਨਿਕਲ ਜਾਂਦੀ ਹੈ। ਰੁਮਾਲਾ ਵੀ ਨਹੀਂ ਦੇ ਪਾਉਂਦੇ ਉੱਤੇ, ਸਿਰ ਥੱਲੇ ਟਿਕਦਾ ਹੈ। ਸ਼ਬਦ ਤੁਕ ਵੀ ਨਹੀਂ ਪੂਰੇ ਪੜ੍ਹਦੇ। ਐਸੇ ਕਈਆਂ ਕੀਰਤਨੀਆਂ ਦੇ ਦੇਖੇ ਨੇ, ਸੁਰ ਵੀ ਰਹਿ ਜਾਂਦੀ ਹੈ, ਤੁਕ ਵੀ ਰਹਿ ਜਾਂਦੀ ਹੈ, ਮੱਥਾ ਟੇਕਦਾ ਰਹਿ ਜਾਂਦਾ ਹੈ, ਝਾੜੂ ਫੇਰਦਾ ਉੱਥੇ ਲੇਟ ਜਾਂਦਾ ਹੈ। ਐਸੇ ਵੀਡੀਓਸ ਦੇਖੇ, ਤੁਸੀਂ ਵੀ ਦੇਖੇ ਹੋਣੇ ਸਾਰੇ ਲਗਭਗ। ਕੀ ਹੋਇਆ, ਤੁਰਿਆ ਬੜੇ ਪਿਆਰ ਨਾਲ ਝਾੜੂ ਲਗਾ ਰਹੇ ਸੀ। ਇੱਕ ਵੀਡੀਓ ਦੇਖੀ ਨਾ, ਕਿ ਬਜ਼ੁਰਗ ਆਉਂਦਾ, ਮੱਥਾ ਟੇਕਦਾ, ਝਾੜੂ ਲਗਾਉਂਦਾ, ਅਤੇ ਝਾੜੂ ਲਗਾ ਜਦੋਂ ਸਾਹਮਣੇ ਬਿਲਕੁਲ ਸੈਂਟਰਲੀ ਪੱਟੀ 'ਤੇ ਆਉਂਦਾ, ਅਤੇ ਉੱਥੇ ਮੱਥਾ ਟੇਕਦਾ ਨਹੀਂ, ਤਾਂ ਆਪਣੇ ਆਪ ਟਿਕ ਜਾਂਦਾ, ਜੋਤ ਨਿਕਲ ਜਾਂਦੀ ਹੈ। ਆਪਣੀ ਜੋਤ ਖਿੰਚੈ ਤੂੰ ਸੁਆਮੀ। ਹੁਣ ਨਹੀਂ ਬੋਲ ਸਕਦਾ, ਨਹੀਂ ਝਾੜੂ ਲਗਾ ਸਕਦਾ, ਕੁਛ ਨਹੀਂ ਕਰ ਸਕਦਾ। ਜੋਤ ਹੈ, ਘਟ ਜੋਤ ਸਬਾਈ, ਸਭ ਮੈਂ ਜੋਤ ਹੈ ਸੋਏ।
ਤਿਸ ਤੈ ਚਾਨਣ ਸਭ ਮੈਂ ਚਾਨਣ ਹੋਈ। ਚਾਨਣ ਪਤਾ ਜੀਵਨ ਦਾ ਚਾਨਣ ਹੈ। ਅਸੀਂ ਜੀ ਰਹੇ ਹਾਂ ਨਾ ਉਸ ਜੋਤ ਸਦਕੇ, ਲੁਕਾਈ ਉਹ ਜੋਤ ਬੇਸ਼ੱਕ ਉਹਨੇ, ਪਰ ਜੀ ਉਹਦੇ ਚਾਨਣ ਕਰਕੇ ਰਿਹਾ। ਹੁਣ ਹੈ ਕਿ ਬੱਜਰ ਕਪਾਟ ਜੋ ਪੜਦੇ ਪਏ ਨੇ ਉਹਨੂੰ ਦਾਰਸ਼ਨਿਕ ਭਾਸ਼ਾ 'ਚ ਬੱਜਰ ਕਪਾਟ ਕਹਿੰਦੇ। ਬੱਜਰ ਕਹਿੰਦੇ ਬਹੁਤ ਮਜ਼ਬੂਤ, ਹਿੰਦੀ ਸ਼ਬਦ ਹੈ ਵਜਰ। ਇੰਦਰ ਦਾ ਹਥਿਆਰ ਹੋਇਆ ਇੱਕ ਵਜਰ, ਬੜਾ ਮਜ਼ਬੂਤ, ਜਿਹਨੂੰ ਕੱਟਿਆ ਨਹੀਂ ਜਾ ਸਕਦਾ। ਭਰਮ ਦੇ ਪੜਦੇ ਵੀ ਬੜੇ ਮਜ਼ਬੂਤ ਨੇ, ਅਗਿਆਨਤਾ ਦੇ ਪੜਦੇ ਬੜੇ ਮਜ਼ਬੂਤ ਨੇ, ਮਾਇਆ ਦੇ ਪੜਦੇ ਬੜੇ ਮਜ਼ਬੂਤ ਨੇ। ਸਾਡੇ ਧੜ ਤੋਂ ਭਾਈ ਨਹੀਂ ਟੁੱਟਦੇ। ਐਵੇਂ ਦਾਵਾ ਕਰੀ ਜਾਈਏ ਮੈਂ ਤੋੜ ਲਏ, ਮੈਂ ਤੋੜ ਲਏ, ਨਹੀਂ ਭਾਈ। ਗੁਰੂ ਕਿਰਪਾ ਕਰੇ ਤੇ ਕਿਸੇ ਦੇ ਟੁੱਟਦੇ ਨੇ, ਤੇ ਜਿਹਦੇ ਟੁੱਟਦੇ ਨੇ ਫਿਰ ਉਹੀ ਗਿਆਨੀ, ਉਹੀ ਸੰਤ, ਉਹੀ ਗੁਰਮੁਖ, ਉਹੀ ਭਗਤ, ਉਹਨੂੰ ਜੋ ਮਰਜ਼ੀ ਕਹਿ ਲਓ। ਤੇ ਜਿਹਦੇ ਨਹੀਂ ਟੁੱਟੇ ਉਹ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜੇ, ਉਹ ਕੁਛ ਵੀ ਨਹੀਂਗਾ। ਬੱਜਰ ਕਪਾਟ ਮੁਕਤੇ, ਇੱਥੇ ਮੁਕਤੇ ਦਾ ਮਕਤਾ ਖੁੱਲ ਗਏ, ਟੁੱਟ ਕੇ ਖੁੱਲ ਗਿਆ ਕਿ ਨਾ ਗੁਰਮਤੀ, ਗੁਰੂ ਦੀ ਮੱਤ ਦੇ ਸਦਕੇ ਇਹ ਭਰਮ ਦੇ ਪਰਦੇ ਖੁੱਲ੍ਹਦੇ। ਭਰਮ ਕੇ ਪਰਦੇ ਸਤਿਗੁਰ ਖੋਲੇ। ਅਸੀਂ ਸੁਣਿਆ ਮੇਰੇ ਹੀਅਰ ਹੈ, ਮੇਰੇ ਹਿਰਦੇ ਵਿੱਚ ਨਾਮ ਪ੍ਰਗਟ ਹੋ ਗਿਆ। ਪਤਾ ਕਿ ਕਦੋਂ? ਗੁਰ ਹਾਥ ਧਰਿਓ ਮੇਰੇ ਮਾਥਾ, ਜਦੋਂ ਗੁਰੂ ਨੇ ਕਿਰਪਾ ਕਰਕੇ ਮੇਰੇ ਸਿਰ ਤੇ ਆਪਣਾ ਹੱਥ ਰੱਖਤਾ ਤੇ ਮੇਰੇ ਹਿਰਦੇ 'ਚ ਨਾਮ ਪ੍ਰਗਟ ਹੋ ਗਿਆ। ਬੱਜਰ ਕਪਾਟ ਮੁਕਤੇ ਗੁਰਮਤੀ। ਸਾਨੂੰ ਕਿੱਦਾਂ ਪਤਾ ਲੱਗੇਗਾ ਵੀ ਮੇਰੇ ਕਪਾਟ ਖੁੱਲ ਗਏ ਨੇ, ਪਰਦੇ ਟੁੱਟ ਗਏ ਨੇ? ਕਿਉਂਕਿ ਦਰਵਾਜ਼ੇ ਤੇ ਹੈ ਨਹੀਂ ਕਿ ਪਰਦੇ। ਉਹਦੀ ਇੱਕ ਪਹਿਚਾਣ ਹੈ ਜੇ ਕਿਤੇ ਹੋ ਸਕੇ, ਨਿਰਭੈ ਤਾੜੀ ਲਾਈ, ਸਮਾਧੀ ਲੱਗ ਜਾਏਗੀ, ਲੋਕ ਦਾ ਭੈ ਮੁੱਕ ਜਾਏਗਾ, ਲੋਕਾਚਾਰੀ ਦਾ ਭੈ ਮੁੱਕ ਜਾਏਗਾ। ਇੱਕ ਤੇ ਲੋਕ ਨਾ ਬਦਮਾਸ਼ ਲੋਕ ਸੜਕਾਂ ਤੇ ਉਤਰੇ ਫਿਰਦੇ ਬੜੇ ਨਿਡਰ ਨੇ, ਨਹੀਂ ਨਹੀਂ, ਫਿਰ ਉਹ ਬਣ ਜਾਓਗੇ ਮੌਤ ਦਾ ਭੈ, ਲੋਕਾਚਾਰ ਦਾ ਭੈ। ਲੋਕ ਕੀ ਕਹਿੰਦੇ, ਨਹੀਂ ਆਪਣੇ ਸੱਤ ਤੇ ਟਿਕ ਜਾਵਾਂਗੇ, ਫਿਰ ਨਿਰਭਉ ਅਵਸਥਾ ਸਮਾਧੀ ਲੱਗ ਜਾਏਗੀ। ਇਹ ਸਮਾਧੀ ਅੱਖਾਂ ਮੀਟਣ ਵਾਲੀ ਨਹੀਂ, ਇੱਕ ਜਸ ਟਿਕ ਜਾਵਾਂਗੇ, ਫਿਰ ਭੈ ਕਾਹੂ ਕਉ ਦੇਤ ਨੈ, ਨਹਿ ਭੈ ਮਾਨਤ ਵਾਲੀ ਅਵਸਥਾ ਬਣ ਜਾਏਗੀ। ਫਿਰ ਅਸੀਂ ਕਰਤਾ ਪੁਰਖ ਦੇ ਪਿਆਰ 'ਚ ਅਸੀਂ ਪਹੁੰਚ ਜਾਵਾਂਗੇ ਉੱਥੇ, ਤੇ ਬੇਪਰਵਾਹੀ ਹੈ, ਪ੍ਰਵਾਹ ਨਾਹੀਂ ਕਿਸੇ ਕੇਰੀ। ਫਿਰ ਗੁਰੂ ਕੀ ਪ੍ਰਵਾਹ ਹੋਏਗੀ, ਫਿਰ ਪ੍ਰਵਾਹ ਲੋਕਾਂ ਦੀ ਪ੍ਰਵਾਹ ਨਹੀਂ ਹੋਏਗੀ। ਨਿਰਭੈ ਤਾੜੀ ਲਾਈ, ਪਰਮਾਤਮਾ ਦੇ ਨਿਰਭਉ ਪਦ ਵਿੱਚ ਸਮਾਧੀ ਲੱਗ ਜਾਂਦੀ, ਟਿਕ ਜਾਂਦਾ ਹੈ। ਮਹਾਰਾਜ ਪਿਆਰ ਨਾਲ ਕਹਿੰਦੇ ਭਾਈ ਚੇਤਾ ਰੱਖਣਾ, ਜੰਤ ਉਪਾਏ। ਕਰਤਾ ਪੁਰਖ ਵਾਹਿਗੁਰੂ ਜੀ ਨੇ ਜੀ ਪੈਦਾ ਕੀਤੇ ਨੇ, ਅਸੀਂ ਤੁਸੀਂ ਬਣਾਏ ਜੀ ਹਾਂ। ਭਾਵੇਂ 100 ਵਾਰ ਅਸੀਂ ਆਪਣੇ ਆਪ ਨੂੰ ਗਿਆਨੀ ਧਿਆਨੀ ਕਹੀ ਜਾਈਏ, ਕਰਤਾ ਪੁਰਖ ਦੀ ਦ੍ਰਿਸ਼ਟੀ 'ਚ ਅਸੀਂ ਇੱਕ ਜੀਵ ਹੀ ਹਾਂ। ਜੰਤ ਉਪਾਏ। ਤੇ ਦੂਜਾ ਕੰਮ ਕੀਤਾ ਕਾਲ ਸਿਰ ਜਨਤਾ। ਜਿਤਨੇ ਜੀ ਜੰਤ ਨੇ ਸਾਡੇ ਸਾਰਿਆਂ ਦੇ ਸਿਰ 'ਤੇ ਕਾਲ ਟਿਕਾ ਦਿੱਤਾ। ਸਮੇਂ ਦੀ ਪਾਬੰਦੀ ਟਿਕਾਤੀ ਭਾਈ, ਇਹਨੇ ਸਮੇਂ ਦੇ ਵਿੱਚ ਵਿੱਚ ਜੋ ਕਰਨਾ ਕਰ ਲਓ, ਇਹਨੇ ਸਮੇਂ ਦੇ ਵਿੱਚ ਵਿੱਚ ਹੀ ਜੋ ਕਰੋਗੇ ਉਹਦੀ ਕੀਮਤ ਪਏਗੀ। ਅੱਜ ਜਿਵੇਂ ਕਦੇ ਕਦੇ ਬੱਚੇ ਖੇਡਦੇ ਹੁੰਦੇ ਨੇ, ਖੇਡ ਰਹੇ ਹੁੰਦੇ ਨੇ, ਅਚਾਨਕ ਕੋਈ ਮੀਂਹ ਪੈ ਗਿਆ, ਕੋਈ ਹੋਰ ਕਾਰਨ ਬਣ ਗਿਆ, ਖੇਡ ਬੰਦ ਹੋ ਗਈ। ਹੁਣ ਜਿੱਤ ਹਾਰ ਦਾ ਫੈਸਲਾ ਕਿਹਨਾਂ? ਜਿਤਨਾ ਖੇਡ ਬੈਠੀ ਨੇ ਉਹਦੇ ਵਿੱਚੋਂ ਹੋ ਜਾਂਦਾ। ਜਿਤਨਾ ਖੇਡ ਸਕੇ ਉਹਨੇ ਵਿੱਚੋਂ ਖੇਡ 'ਚ ਜਿੱਤ ਹਾਰ ਦਾ ਫੈਸਲਾ ਹੋ ਜਾਏਗਾ। ਸਾਡੇ ਸਾਰਿਆਂ ਦੇ ਉੱਤੇ ਕਾਲ ਟਿਕਿਆ ਹੈ। ਜਿਤਨਾ ਕਾਲ ਦੇ ਵਿੱਚ ਅਸੀਂ ਜੋ ਕਰ ਬੈਠੇ, ਸਾਡਾ ਫੈਸਲਾ ਉਹਦੇ ਵਿੱਚ ਹੋ ਜਾਣਾ। ਜੰਤ ਉਪਾਏ ਕਾਲ ਸਿਰ ਜਨਤਾ, ਵਸਗਤ ਜੁਗਤ ਸਬਾਈ। ਤੇ ਸਾਡੇ ਸਾਰੇ ਜੀਵ ਜੰਤੂਆਂ ਦੇ ਜੀਵਨ ਜੁਗਤੀ ਹੈ, ਵਸਗਤ ਹੈ। ਮਹਾਰਾਜ ਨੇ ਡੋਰੀ ਆਪਣੇ ਹੱਥ ਰੱਖੀ ਸੀ, ਕਹਿੰਦੇ ਪ੍ਰਭ ਡੋਰੀ ਹੱਥ ਤੁਮਾਰੇ। ਸਾਰਿਆਂ ਦੇ ਜੀਵਨ ਦੀ ਡੋਰੀ ਤੁਹਾਡੇ ਆਪਣੇ ਹੱਥ ਵਿੱਚ ਹੈ। ਸਾਨੂੰ ਦੱਸਿਆ ਕਿ ਸਾਡੀ ਫਿਰ ਹੈਸੀਅਤ ਕਿਤਨੀ ਹੈ। ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ, ਖਿਲਾਵਨ ਹਾਰੋ ਜਾਣੈ। ਸਾਡੀ ਸਭ ਦੀ ਡੋਰੀ ਹੈ ਤੇ ਪ੍ਰਭ ਡੋਰੀ ਹੱਥ ਤੁਮਾਰੇ। ਵਸਗਤ ਜੁਗਤ, ਜੀਵਨ ਦੀ ਸਾਰੀ ਜੁਗਤਾਂ ਉਹਦੇ ਹੁਕਮ ਦੇ ਵਿੱਚ ਨੇ। ਕੀ ਕਰੀਏ ਫਿਰ? ਕਹਿਣ ਲੱਗੇ ਦੇਖ ਲਓ, ਦੋ ਪ੍ਰਕਾਰ ਦੇ ਪੱਖ ਨੇ, ਕਰ ਲਓ। ਸਤਿਗੁਰੂ ਸੇਵ ਪਦਾਰਥ ਪਾਵੈ। ਸਤਿਗੁਰੂ ਦੀ ਸੇਵਾ ਕਰਦੇ ਨੇ ਜਿਹੜੇ ਜੀ, ਪਦਾਰਥ ਪਾਉਂਦੇ ਨੇ, ਪਦਾਰਥ ਮਿਲਦੇ ਨੇ। ਹੁਣ ਕੁਝ ਜੀ ਨੇ ਸਤਿਗੁਰੂ ਦੀ ਸੇਵਾ ਤੇ ਬੜੀ ਕਰਦੇ ਨੇ, ਪਰ ਇੱਕ ਕੰਮ ਦੂਜਾ ਨਹੀਂ ਕਰ ਪਾਉਂਦੇ, ਸ਼ਬਦ ਦੀ ਕਮਾਈ ਨਹੀਂ ਕਰ ਪਾਉਂਦੇ। ਇੱਥੇ ਦੋ ਚੀਜ਼ਾਂ, ਸਤਿਗੁਰੂ ਸੇਵ ਪਦਾਰਥ ਪਾਵੈ। ਸਤਿਗੁਰੂ ਦੀ ਸੇਵਾ ਦੇ ਸਦਕੇ ਪਦਾਰਥ ਮਿਲਦੇ ਨੇ, ਪਰ ਚੇਤਾ ਰੱਖਣਾ ਛੂਟਾ ਹੈ ਸ਼ਬਦ ਕਮਾਈ। ਛੁਟਕਾਰਾ ਸ਼ਬਦ ਦੀ ਕਮਾਈ ਤੇ ਹੁੰਦਾ ਜੀ। ਸ਼ਬਦ ਦੀ ਕਮਾਈ ਦਾ ਮਤਲਬ ਹੈ ਹੁਕਮ ਦੀ ਤਾਮੀਲ। ਇੱਕ ਹੈ ਸੇਵਾ ਕਰਦਾ ਹੈ, ਆਪਣੀ ਮਰਜ਼ੀ ਨਾਲ ਕਰਦਾ ਹੈ, ਆ ਮਰਜ਼ੀ ਆਈ ਕਰ ਲਿਆ, ਮਰਜ਼ੀ ਆਈ ਨਹੀਂ ਕੀਤਾ। ਦੂਸਰਾ ਹੈ ਹੁਕਮ ਦੀ ਤਾਮੀਲ ਕਰਦਾ ਹੈ।
ਹੁਕਮ ਦੀ ਉਡੀਕ 'ਚ ਰਹਿੰਦਾ, ਹੁਕਮ ਦਾ ਤਾਬਿਆਦਾਰ ਰਹਿੰਦਾ ਹੈ। ਜੋ ਹੁਕਮ ਦੇ ਵਿੱਚ ਤਾਬਿਆਦਾਰ ਰਹਿੰਦਾ ਹੈ ਉਹ ਤੇ ਸਾਰੇ ਬੰਧਨਾਂ ਤੋਂ ਛੁੱਟ ਜਾਂਦਾ ਹੈ, ਤੇ ਜੋ ਹੁਕਮ ਦੀ ਨਹੀਂ ਮੰਨਦਾ, ਕੇਵਲ ਸੇਵਾਵਾਂ ਕਰਦਾ ਹੈ, ਤੇ ਸੇਵਾ ਦੇ ਬਦਲੇ ਮਾਣ ਮਿਲਦਾ, ਸੇਵਾ ਦੇ ਬਦਲੇ ਪਦਾਰਥ ਮਿਲਦਾ ਹੈ। ਫਿਰ ਸੂਚੇ ਭਾਂਡੇ ਸਾਚ ਸਮਾਵੈ, ਜੋ ਸੇਵਾ ਕਰਦਾ ਤੇ ਹੁਕਮ ਨੂੰ ਮੰਨਦਾ ਹੋਇਆ, ਜਿਸ ਦਾ ਚਿੱਤ, ਜਿਹਨੂੰ ਘੱਟ ਵੀ ਕਹਿੰਦੇ ਆ, ਅੰਦਰ ਦਾ ਭਾਂਡਾ ਵੀ ਕਹਿੰਦੇ ਆ, ਸੁੱਚਾ ਹੋ ਜਾਂਦਾ ਹੈ, ਉਹਦੇ ਵਿੱਚ ਹੀ ਸੱਚ ਟਿਕ ਜਾਂਦਾ ਜੀ। ਸੂਚੇ ਭਾਂਡੇ ਸਾਚ ਸਮਾਵੈ, ਆਪ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਆਪਾਂ ਇੱਥੇ ਭਾਂਡਾ ਧੋਣੇ ਤੇ ਆਏ, ਆਪਣਾ ਹਿਰਦੇ ਰੂਪੀ ਭਾਂਡਾ ਧੁਲ ਜਾਏ, ਸੱਚ ਮਿਲ ਜੇਗਾ। ਬਿਰਲੇ ਸੂਚਾਚਾਰੀ, ਤੇ ਭਾਈ ਐਸੇ ਜੀ ਬਿਰਲੇ ਨੇ ਜਿਹੜੇ ਜਿਨ੍ਹਾਂ ਦਾ ਜੀਵਨ ਵਿਵਹਾਰ, ਜੀਵਨ ਕਿਰਦਾਰ ਸੱਚਾ ਤੇ ਸੁੱਚਾ ਹੋ ਜਾਂਦਾ ਹੈ, ਜਿਨ੍ਹਾਂ ਦੇ ਪੱਲੇ ਸੱਚ ਟਿਕ ਜਾਂਦਾ ਹੈ, ਜਿਨ੍ਹਾਂ ਦਾ ਅੰਦਰ ਸੱਚਾ ਸੁੱਚਾ ਹੋ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਫਿਰ ਜੋ ਸੱਚ ਹੋ ਜਾਂਦਾ ਨਾ, ਤੰਤੈ ਕੋ ਪਰਮ ਤੰਤ ਮਿਲਾਇਆ। ਤੰਤੇ ਦਾ ਭਾਵ ਹੈ ਤੱਤ, ਸਾਡੀ ਆਤਮ ਤੱਤ ਨੂੰ ਪਰਮ ਤੱਤ ਦੇ ਨਾਲ ਮਿਲਾ ਦਿੱਤਾ ਜਾਂਦਾ ਹੈ। ਤੇ ਕੌਣ ਮਿਲਾਉਂਦਾ? ਜੋ ਸੱਚ ਗੁਰੂ ਨਾਨਕ ਸ਼ਰਨ ਤੁਮਹਾਰੀ। ਅਸੀਂ ਤੇ ਬੇਨਤੀ ਕਰਦੇ ਮਹਾਰਾਜ ਸਾਡੇ 'ਤੇ ਵੀ ਕਿਰਪਾ ਕਰ ਦਿਓ, ਜਿਵੇਂ ਤੁਸੀਂ ਆਪਣੇ ਪਿਆਰਿਆਂ 'ਤੇ ਕਿਰਪਾ ਕਰਕੇ ਪਰਮ ਤੱਤ ਵਿੱਚ ਮਿਲਾਪ ਕਰਾ ਦਿੱਤਾ ਹੈ, ਇਵੇਂ ਸਾਡਾ ਵੀ ਕਿਤੇ ਇਸ ਤੱਤ ਨੂੰ ਪਰਮ ਤੱਤ 'ਚ ਮਿਲਾ ਦਿਓ। ਸਾਨੂੰ ਵੀ ਆਪਣੇ ਚਰਨਾਂ 'ਚ ਟਿਕਾ ਲੈ। ਮੇਲ ਲਿਹੁ ਦਿਆਲ, ਢਹਿ ਪਏ ਦੁਆਰਿਆ, ਰੱਖ ਲਿਵੋ ਦੀਨ ਦਿਆਲ, ਭਰਮਤ ਬਹੁਹਾਰਿਆ। ਇਹ ਤਿੰਨ ਕੁ ਬਚਨ ਪ੍ਰਵਾਨ ਕਰਨਾ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ